एक ओंकार सतनाम करता पुरख निर्भव निर्वैर अकाल मूर्त अजूनी सैभं गुर प्रसाद। वाहगुरु 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 वाहगुरु। वाहिगुरु जी का खालसा वाहिगुरु जी की फतेह। गुरमत एजुकेशन मिशन दिल्ली और सिख मिशनरी कॉलेज लुधियाना ਦੀ ਸਾਂਝੀ ਕਲਾਸ ਵਿੱਚ ਜੁੜ ਬੈਠੇ ਵੀਰ ਔਰ ਭੈਣਾਂ ਨੂੰ ਜੀ ਆਇਆਂ ਕਹਿੰਦਾ ਹੋਇਆ ਅੱਜ ਦੇ ਵਿਸ਼ੇ ਨੂੰ ਆਰੰਭ ਕਰਨ ਦੀ ਆਪ ਪਾਸੋਂ ਦੋ ਹੱਥ ਜੋੜ ਕੇ ਅਸੀਸ ਮੰਗਦਾ ਹਾਂ ਕਿ ਆਓ ਗੁਰਮਤ ਤੇ ਕਰਮ ਕਾਂਡ ਦੇ ਬਾਰੇ ਅੱਜ ਆਪ ਜੀ ਦੇ ਨਾਲ ਵਿਚਾਰਾਂ ਸਾਂਝਾ ਕਰੀਏ। ਜਪ ਬਾਣੀ ਵਿੱਚ ਅਸੀਂ ਸਾਰੇ ਹੀ ਰੋਜ਼ ਪੜ੍ਹਦੇ ਹਾਂ ਤੇ ਸਾਨੂੰ ਇਹ ਪਤਾ ਹੈ ਕਿ ਜਦੋਂ ਪੰਜ ਖੰਡਾਂ ਦੀ ਗੱਲ ਕਰਦੇ ਆ ਤਾਂ ਉੱਥੇ ਧਰਮਖੰਡ ਦੀ ਜਦੋਂ ਗੱਲ ਆਉਂਦੀ ਹੈ ਤਾਂ ਉੱਥੇ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ। ਪੌਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ ਪੰਜ ਪ੍ਰਵਾਨ ਨਦਰੀ ਕਰਮ ਭਵੇ ਨਿਸ਼ਾਨ ਕੱਚ ਪਕਾਈ ਉੱਥੇ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾ ਇਹੋ ਧਰਮ। ਸੋ ਇਹ ਧਰਮ ਜਿਹੜੀ ਧਰਤੀ ਹੈ ਇਸ ਨੂੰ ਧਰਮ ਖੰਡ ਕਹਿੰਦੇ ਹਾਂ ਅਸੀਂ, ਜਿਹਦੇ ਵਿੱਚ ਬੜੇ ਤਰੀਕੇ ਦੇ ਸਾਨੂੰ ਨਿਆਮਤਾਂ ਜਨ ਬਖਸ਼ਿਸ਼ ਕੀਤੀਆਂ ਹਨ। ਪੌਣ ਪਾਣੀ ਅਗਨੀ ਪਾਤਾਲ ਪੰਜ ਤੱਤ ਦਿੱਤੇ ਹਨ, ਪਸ਼ੂ ਪਕਸ਼ੀ ਦਿੱਤੇ ਹਨ, ਹੋਰ ਵੈਜੀਟੇਸ਼ਨ ਦਿੱਤੀ ਹੈ, ਫਲ ਫਰੂਟ ਦਿੱਤਾ ਹੈ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹਨ ਗਿਆਨ ਪ੍ਰਾਪਤ ਕਰਨ ਦੇ ਸਾਧਨ ਦਿੱਤੇ ਹਨ। ਅਲੱਗ-ਅਲੱਗ ਤਰੀਕੇ ਦੇ ਮਨੁੱਖ ਮਾਤਰ ਪ੍ਰਾਣੀ ਮਿਲਦੇ ਹਨ, ਮੇਲ ਫੀਮੇਲ ਮਿਲਦੇ ਹਨ, ਐਨੀਮਲਸ ਹਨ। ਤੋ ਇਹ ਸਾਰਿਆਂ ਦੇ ਇਸਤੇਮਾਲ ਕਰਦਿਆਂ ਹੋਇਆਂ ਜੋ ਅਸਲ ਸਾਡਾ ਮਕਸਦ ਹੈ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਉਹ ਇਸ ਧਰਤੀ ਦੇ ਉੱਪਰ ਧਰਮ ਕਮਾਉਣ ਦੀ ਗੱਲ ਹੈ। ਇਹ ਧਰਮ ਜਿਹੜਾ ਕਮਾਉਣਾ ਹੈ ਉਹ ਬਿਨਾਂ ਕਰਮਾਂ ਤੋਂ ਕਮਾਇਆ ਨਹੀਂ ਜਾ ਸਕਦਾ। ਤੋ ਉਸ ਵਾਸਤੇ ਕਰਮ ਕਰਨੇ ਬੜੇ ਜ਼ਰੂਰੀ ਹਨ। ਤੇ ਉਹ ਕਰਮ ਕਿਸ ਵੇਲੇ ਕਾਂਡ ਬਣ ਜਾਂਦੇ ਹਨ, ਉਹ ਕਰਮ ਨੂੰ ਕਾਂਡ ਕਿਸ ਵੇਲੇ ਕਿਹਾ ਜਾਂਦਾ ਹੈ। ਤੋ ਗੁਰਮਤ ਦੇ ਵਿੱਚ ਕੀ ਸਾਨੂੰ ਉਹਦੇ ਬਾਰੇ ਇਨਫੋਰਮੇਸ਼ਨ ਮਿਲਦੀ ਹੈ, ਹਦਾਇਤ ਮਿਲਦੀ ਹੈ। ਤੋ ਉਸ ਦੇ ਬਾਰੇ ਅੱਜ ਆਪ ਜੀ ਦੇ ਨਾਲ ਵਿਚਾਰ ਕਰਦੇ ਹਾਂ ਕਿ ਕਰਤਾ ਤੇ ਕਰਮ ਦਾ ਜੋੜ ਸदैवी ਤੇ ਧੁਰਦਾ ਹੈ। ਕਿ ਮੂਲ ਮੰਤਰ ਦੇ ਅੰਦਰ ਜਦੋਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਰੰਭ ਕਰਦੇ ਹਾਂ ਤਾਂ ਉੱਥੇ ਵੀ ਕਰਤਾ ਪੁਰਖ ਜਿਹੜੇ 8 ਗੁਣ ਅਕਾਲ ਪੁਰਖ ਦੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਵਰਣਨ ਕੀਤੇ ਹਨ, ਉਹਨਾਂ ਦੇ ਵਿੱਚ ਕਰਤਾ ਪੁਰਖ ਦੀ ਗੱਲ ਵੀ ਦਿੱਤੀ ਹੈ ਕਿ ਸ੍ਰਿਸ਼ਟੀ ਦੇ ਦਾ ਕਰਤਾ ਔਰ ਆਪਣੇ ਆਪ ਦਾ ਕਰਤਾ ਵੀ ਅਕਾਲ ਪੁਰਖ ਆਪ ਹੈ। ਤੋ ਜਿਹੜਾ ਕਰਤਾ ਹੈ ਉਹ ਕੰਮ ਕਰੇਗਾ ਕੋਈ ਤਾਂ ਹੀ ਉਸ ਨੂੰ ਕਰਤਾ ਕਿਹਾ ਜਾ ਸਕਦਾ ਹੈ। ਤੇ ਹੋਵੇ ਵੀ ਇਹ ਕਿਉਂ ਨਾ ਜਦ ਕਰਨਹਾਰ ਆਪ ਹੀ ਕਰਤਾ ਪੁਰਖ ਹੈ। ਖੁਦ ਸੰਜੋਗ ਤੋਂ ਕਰਮ ਸ਼ੁਰੂ ਕਰਦਾ ਹੈ ਤੇ ਵਿਯੋਗ ਤੇ ਆ ਕੇ ਉਹ ਕਰਮ ਮੁੱਕ ਜਾਂਦਾ ਹੈ। ਜਦ ਕਰਤਾ ਆਪ ਕਰਮ ਕਰੇ ਤਾਂ ਉਸ ਦੀ ਕਿਰਤ ਕਿਸ ਤਰ੍ਹਾਂ ਕਰਮ ਤੋਂ ਬਚ ਸਕੇ। ਆਪ ਜਿਹੜੀ ਉਸਨੇ ਰਚਨਾ ਬਣਾਈ ਹੈ, ਜੇ ਕਰਤਾ ਪੁਰਖ ਕੰਮ ਕਰਦਾ ਹੈ ਤਾਂ ਉਹਦੀ ਬਣਾਈ ਹੋਈ ਰਈਅਤ, ਉਸਦੀ ਬਣਾਈ ਹੋਈ ਕੁਦਰਤ ਵੀ ਕੰਮ ਕਰ ਰਹੀ ਹੈ, ਜਿਹਦੇ ਅੰਦਰ ਕਿ ਨੇਚਰ ਦੇ ਹਿਸਾਬ ਨਾਲ ਪੌਣ ਪਾਣੀ ਅਗਨੀ ਪਾਤਾਲ ਇਹ ਸਾਰੇ ਚੀਜ਼ਾਂ ਆਪਣੇ ਆਪ ਦੇ ਵਿੱਚ ਕੰਮ ਕਰ ਰਹੇ। ਸੂਰਜ ਚੰਦ ਆਪਣੇ ਆਪ ਦੇ ਨਾਲ ਢੰਗ ਦੇ ਨਾਲ ਕੰਮ ਕਰ ਰਹੇ ਹਨ, ਸਾਰੇ ਹੀ ਕੰਮ ਕਰ ਰਹੇ ਹਨ। ਤੇ ਜੇ ਮਾਲਕ ਕਮਾਵੇ ਤਾਂ ਫਿਰ ਜਿਹੜੇ ਉਹਦੀ ਰਚਨਾ ਹੈ ਉਹ ਕਿਵੇਂ ਕਰਮ ਤੋਂ ਬਚ ਸਕਦੀ ਹੈ, ਉਹਨੂੰ ਛੁੱਟੀ ਨਹੀਂ ਮਿਲ ਸਕਦੀ। ਇਸ ਲਈ ਕਰਮ ਤੋਂ ਖਲਾਸੀ ਦਾ ਸਵਾਲ ਤਾਂ ਹੈ ਹੀ ਵਿਅਰਥ। ਤੋ ਜਿਹੜਾ ਵੀ ਮਨੁੱਖ ਇਸ ਧਰਤੀ ਤੇ ਪੈਦਾ ਹੋਇਆ ਹੈ ਉਸਨੇ ਕੰਮ ਕਰਨਾ ਹੀ ਕਰਨਾ ਹੈ। ਤੋ ਇਹ ਕਿਰਤਮ ਜਗਤ ਤਾਂ ਹੈ ਹੀ ਕਰਮ ਖੇਤਰ, ਇਸ ਨੂੰ ਕਰਮ ਖੇਤਰ ਵੀ ਕਹਿੰਦੇ ਹਨ, ਕਰਮ ਭੂਮੀ ਵੀ ਕਹਿੰਦੇ ਹਨ। ਤੋ ਪੰਜਵੇਂ ਪਾਤਸ਼ਾਹ ਨੇ ਸ੍ਰੀ ਰਾਗ ਦੇ ਵਿੱਚ ਪੰਨਾ 78 ਦੇ ਉੱਪਰ ਇਹ ਬੋਲ ਸੁਸ਼ੋਭਿਤ ਕੀਤੇ ਹਨ। ਕਰਮ ਧਰਤੀ ਸਰੀਰ ਜੁਗ ਅੰਤਰ ਜੋ ਬੋਵੈ ਸੋ ਖਾਤ। ਕਿ ਇਸ ਜੋ ਧਰਤੀ ਹੈ, ਸਰੀਰ ਰੂਪੀ ਧਰਤੀ ਹੈ, ਇਸ ਦੇ ਅੰਦਰ ਜਿਹੜਾ ਵੀ ਕਰਮ ਕੋਈ ਬੀਜਦਾ ਹੈ ਉਹ ਉਸ ਨੂੰ ਜਿਹੜਾ ਹੈ ਉਹ ਆਪ ਹੀ
ਵੜਨਾ ਪੈਂਦਾ ਹੈ ਔਰ ਉਸ ਨੂੰ ਆਪ ਹੀ ਭੋਗਣਾ ਪੈਂਦਾ ਹੈ। ਭਾਵ ਕਿ ਇਹ ਧਰਤੀ, ਜਿਸ ਧਰਤੀ ਤੇ ਅਸੀਂ ਆਏ ਹਾਂ, ਹੈ ਹੀ ਕਰਮ ਬੀਜਣ ਦੀ ਧਰਤੀ। ਇਸ ਖੇਤੀ ਦੇ ਹੋਵਨ ਵਿੱਚ ਰੁਕਾਵਟਾਂ ਹਨ। ਧਰਤੀ ਦਾ ਜਾੜਾ ਜੰਮਿਆ ਹੋਇਆ ਹੈ। ਹਰੀ ਅੰਗੂਰੀ ਚੁਗਣ ਵਾਲੇ ਮਿਰਗ ਤੇ ਫਲ ਨੂੰ ਖਾ ਜਾਣ ਵਾਲੇ ਕੀੜੇ ਬਹੁਤ ਹਨ। ਇਹਨਾਂ ਦੀਆਂ ਜਮਾਤਾਂ ਬੇਅੰਤ ਹਨ, ਪਰ ਵੱਡੀਆਂ ਸ਼੍ਰੇਣੀਆਂ ਪੰਜ ਤੇ ਸਭ ਦਾ ਕਮਾਂਡਰ ਇੱਕ ਹੈ। ਇਹ ਕਿਹੜੀਆਂ ਵੱਡੀਆਂ ਪੰਜ ਸ਼੍ਰੇਣੀਆਂ ਹਨ? ਇਸ ਕਰਮ ਖੇਤਰ ਵਿੱਚ ਬੀਜ ਬੀਜਣ ਲਈ ਇਹਨਾਂ ਤੋਂ ਬਚ ਕੇ ਹੀ ਜੋ ਬਜਾਈ ਕੀਤੀ ਤੇ ਕਾਇਮ ਰੱਖੀ ਜਾਵੇਗੀ, ਸਹੀ ਫਲਦਾਇਕ ਹੋਏਗੀ। ਉਹ ਜਗਤ ਅਸਲ ਵਿੱਚ ਕੀ ਹੈ? ਇਸ ਨੁਕਸਾਨ ਪਹੁੰਚਾਉਣ ਵਾਲੀ ਸ਼੍ਰੇਣੀ ਤੋਂ ਬਚ ਕੇ ਕਰਮ ਦਾ ਬੀਜ ਸਮੇਂ ਦੀ ਧਰਤੀ ਵਿੱਚ ਬੀਜਣਾ ਹੈ। ਇਹ ਕੰਮ ਬਹੁਤ ਵੱਡਾ ਹੈ ਤੇ ਜਿਸ ਤਰ੍ਹਾਂ ਸਾਡੇ ਦੇਸ਼ ਵਿੱਚ ਪੁਰਾਣਾ ਅਸੂਲ ਹੈ ਕਿ ਹੁਣ ਵੀ ਪਹਾੜੀ ਇਲਾਕਿਆਂ ਵਿੱਚ ਭਾਰੇ ਭਾਰੇ ਖੇਤ ਵੱਢਣ ਜਾਂ ਬੀਜਣ ਲੱਗਿਆ ਢੋਲ ਵੱਜਦੇ ਹਨ ਤਾਂ ਕਿ ਜਵਾਨ ਹੌਸਲਾ ਧਾਰਕ ਕੰਮ ਵਿੱਚ ਜੁਟੇ ਰਹਿਣ। ਜਦੋਂ ਕੁਸ਼ਤੀਆਂ ਹੁੰਦੀਆਂ ਹਨ ਤੇ ਉਦੋਂ ਵੀ ਕੁਸ਼ਤੀਆਂ ਦੇ ਨਾਲ ਨਾਲ ਹੀ ਢੋਲ ਵੱਜਦੇ ਰਹਿਣ ਤਾਂ ਕਿ ਜਵਾਨ ਥੱਕਣ ਨਾ। ਉਸੇ ਤਰ੍ਹਾਂ ਇਸ ਜਗਤ ਖੇਤਰ ਵਿੱਚ ਵੀ ਢੋਲ ਵੱਜ ਰਹੇ ਹਨ ਤੇ ਉਦਮ ਅਤੇ ਔਕੜਾਂ ਦਰਮਿਆਨ ਮੁਕਾਬਲਾ ਹੋ ਰਿਹਾ। ਸੱਚਮੁੱਚ ਇੱਕ ਅਖਾੜੇ ਦਾ ਇਹ ਰੂਪ ਸੰਸਾਰ ਬਣ ਗਿਆ ਹੈ, ਜਿਸ ਨੂੰ ਤੱਕ ਕੇ ਪੰਜਵੇਂ ਪਾਤਸ਼ਾਹ ਨੇ ਸ੍ਰੀ ਰਾਗ ਦੇ ਅੰਦਰ ਫਰਮਾਇਆ ਪੰਨਾ 74 ਤੇ, ਬਾਤ ਵਜਨ ਟਮਕ ਭੇਰੀਆਂ, ਮਨ ਲੱਥੇ ਲੈਂਦੇ ਫੇਰੀਆਂ, ਨੇਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੱਢ ਜਿਉ। ਇਸ ਕਰਮ ਖੇਤਰ ਵਿੱਚ ਪੰਜ ਵਿਸ਼ੇ ਵਿਕਾਰਾਂ ਨਾਲ ਮੁਕਾਬਲਾ ਹੈ। ਤਾਂ ਹੀ ਹੌਸਲਾ ਧਾਰਨ ਲਈ ਮਨੁੱਖ ਨੂੰ ਗੁਰੂ ਉਸਤਾਦ ਕੰਡ ਵਿੱਚ ਥਾਪੀ ਦਿੰਦਾ ਹੈ। ਪਰ ਮੁਸ਼ਕਲ ਇਹ ਹੈ ਕਿ ਉਹਨਾਂ ਪੰਜਾਂ ਦੇ ਸਰਦਾਰ ਨੇ ਸਾਡੇ ਮਨ ਨਾਲ ਸਾਂਝ ਪਾਈ ਹੋਈ ਹੈ ਤੇ ਉਹ ਪੰਜਾਂ ਦਾ ਸਰਦਾਰ ਅਭਿਮਾਨ ਸਾਡੇ ਮਨ ਨੂੰ ਪੁਚਕਾਰ ਕੇ ਬਹੁਤ ਵੇਰ ਸਾਡੀਆਂ ਸ਼ਕਤੀਆਂ ਵਿੱਚ ਖਲਬਲੀ ਮਚਾ ਦਿੰਦਾ ਹੈ। ਇੱਕ ਕਵੀ ਨੇ ਬੜਾ ਸੋਹਣਾ ਇਸ ਬਾਰੇ ਕਿਹਾ ਹੈ, ਪੰਜੇ ਵੈਰ ਪਏ ਹੁਣ ਮੇਰੇ, ਤੂੰ ਪੰਜਾਂ ਦਾ ਛੇਆ, ਪੰਜੇ ਮੈਨੂੰ ਇਉਂ ਲੱਗ ਰਹਿੰਦੇ ਜਿਉਂ ਕੰਬਲੀ ਨੂੰ ਲੇਹਾ, ਪੰਜੇ ਉਠ ਨਿਤ ਕਰਨ ਤਕਾਵਾ, ਤੂੰ ਇਨ ਪੰਜਾਂ ਜਿਹਾ, ਹਰ ਗੋਬਿੰਦ ਕੀ ਦੋਸ਼ ਪੰਜਾਂ ਨੂੰ ਜਾਂ ਇੱਕ ਵਸ ਨਾ ਰਿਹਾ। ਤੋ ਇਸ ਪੰਜਾਂ ਦੇ ਸਰਦਾਰ ਦਾ ਬਹਿਕਾਇਆ ਹੋਇਆ ਮਨ ਹੀ ਬਹੁਤ ਵੇਰ ਕਰਮ ਕਰਨ ਲੱਗਾ ਅਭਿਮਾਨ ਦੇ ਹੱਥ ਚੜ ਜਾਂਦਾ ਹੈ, ਜਿਸ ਕਰਕੇ ਕੀਤਾ ਹੋਇਆ ਕਰਮ ਸੁਖ ਦੀ ਥਾਂ ਦੁੱਖ ਦਾ ਰੂਪ ਹੋ ਉੱਠਦਾ ਹੈ। ਇਹ ਇੱਕ ਆਮ ਕਾਇਦਾ ਹੈ ਕਿ ਸੰਸਾਰ ਵਿੱਚ ਕਿਸੇ ਵੀ ਸ਼ੈ ਤੋਂ ਲਾਭ ਜਾਂ ਹਾਨ ਉਸ ਦੀ ਯੋਗ ਜਾਂ ਅਯੋਗ ਵਰਤੋਂ ਕਰਕੇ ਹੀ ਪ੍ਰਾਪਤ ਹੁੰਦਾ ਹੈ। ਜੇ ਕਿਸੇ ਕੰਮ ਨੂੰ ਸਹੀ ਤਰੀਕੇ ਨਾਲ ਕੀਤਾ ਜਾਏ ਤੇ ਉਹਦਾ ਚੰਗਾ ਫਲ ਮਿਲਦਾ ਹੈ, ਤੇ ਜੇ ਉਸ ਨੂੰ ਅਣਗਹਿਲੀ ਨਾਲ ਕੀਤਾ ਜਾਏ ਤੇ ਉਹਦਾ ਅਯੋਗ ਜਿਹੜਾ ਹੈ ਉਹ ਫਲ ਮਿਲਦਾ ਹੈ। ਅੰਗੂਰ ਜਿਹੇ ਮਿੱਠੇ ਤੇ ਸਵਾਦਲੇ ਫਲ ਤੋਂ ਹੀ ਅਯੋਗ ਵਰਤੋਂ ਕਰਕੇ ਸ਼ਰਾਬ ਜਿਹੀ ਹਾਨੀਕਾਰਕ ਚੀਜ਼ ਬਣਦੀ ਹੈ। ਅੰਗੂਰ ਦਾ ਰਸ ਤਾਂ ਇੱਕੋ ਚੀਜ਼ ਹੈ। ਜਦੋਂ ਅੰਗੂਰ ਵਿੱਚ ਰਹਿੰਦਾ ਸੀ ਤਾਂ ਮਿੱਠਾ ਤੇ ਸਿਹਤ ਨੂੰ ਵਧਾਉਣ ਵਾਲਾ ਸੀ, ਪਰ ਜਦੋਂ ਅਯੋਗ ਵਰਤੋਂ ਕਰਕੇ ਸ਼ਰਾਬ ਬਣ ਗਿਆ ਤਾਂ ਕੌੜਾ ਤੇ ਸਿਹਤ ਨੂੰ ਬਰਬਾਦ ਕਰਨ ਵਾਲਾ ਹੋ ਗਿਆ। तो किसे कवि ने इस बारे किया है, अंगूर में ये मैं थी पानी की चार बूंदे, अंगूर में यह थी पानी की चार बूंदे, जिस दिन से खिंच गई है तलवार बन गई। ਇਹੋ ਹੀ ਹਾਲ ਮਨੁੱਖ ਦੀ ਕਰਮ ਸ਼ਕਤੀ ਦਾ। ਜੇ ਸਿੱਧੇ ਰਾਹ ਪੈ ਜਾਏ ਤਾਂ ਮਨੁੱਖਤਾ ਨੂੰ ਦੇਵਤਾ, ਤੇ ਜੇ ਕੁਰਾਹੇ ਪੈ ਜਾਏ ਤਾਂ ਦੈਂਤ ਬਣਾ ਦਿੰਦੀ ਹੈ। ਪੰਜਾਬ ਦੇ ਮਸ਼ਹੂਰ ਫਲਸਫੀ ਕਵੀ ਅਲਾਮਾ ਇਕਬਾਲ ਨੇ ਬਚਨ ਕੀਤੇ ਹਨ, अमल से जिंदगी बनती है जन्नत भी जहन्नम भी, यह खाकी अपनी फितरत में ना नूरी है ना नारी है। कवि कहता है कि मनुख खाकी है, आओ मिट्टी है, ये ना नर तो बनया फरिश्ता ते ना नार अग तो बनया जिन है। ये अपने अमल नाल जे चंगे करे ते अपनी दुनिया नूं फरिश्तियां दा मुल्क जन्नत बना लैंदा है, ते जे मंदे करे तां जिन्नां दी दुनिया जहन्नम। इतिहास ਵਿੱਚ ਇਹੋ ਜਿਹੇ ਅਨੇਕਾਂ ਪ੍ਰਮਾਣ ਹਨ ਕਿ ਬੜੇ ਬੜੇ ਠੱਗ, ਚੋਰ ਤੇ ਡਾਕੂ ਕਿਸੇ ਇੱਕ ਠੋਕਰ ਦੇ ਲੱਗਣ ਨਾਲ ਹੀ ਉੱਚੇ ਦਰਜੇ ਦੇ ਤਿਆਗੀ, ਫਕੀਰ ਤੇ ਮਹਾਤਮਾ ਬਣ ਗਏ।
ਕੌਣ ਨਹੀਂ ਜਾਣਦਾ ਭਾਰਤ ਵਰਸ਼ ਦੇ ਪੁਰਾਣੇ ਇਤਿਹਾਸ ਵਿੱਚ ਇੱਕ ਧਾੜਵੀ ਬਾਲਮੀਕ ਨੂੰ। ਇਹ ਬਾਲਮੀਕੀ ਰਿਖੀ ਹੋ ਗੁਜ਼ਰਿਆ। ਲਿਖਿਆ ਹੈ, ਸਿੱਖ ਇਤਿਹਾਸ ਵਿੱਚ ਮਸ਼ਹੂਰ ਗੁਰੂ ਕਾ ਸੀਨਾ ਬਿਧੀ ਚੰਦ ਛੀਨਾ ਪਹਿਲਾਂ ਇੱਕ ਚੋਰ ਸੀ, ਭਾਰੀ ਚੋਰ ਸੀ। ਇਹਨਾਂ ਸਾਰੀਆਂ ਗੱਲਾਂ ਦਾ ਕਾਰਨ ਵਿਚਾਰਿਆ ਇਹੋ ਲੱਭਦਾ ਹੈ ਕਿ ਉਹਨਾਂ ਲੋਕਾਂ ਦੇ ਮਨ ਸ਼ਕਤੀਵਾਨ ਸਨ। ਕਰਮ ਯੋਗ ਦਾ ਬਲ ਹੈ ਤਾਂ ਸੀ, ਪਰ ਸੀ ਕੁਰਾਏ ਪਿਆ ਹੋਇਆ। ਜਦੋਂ ਵੀ ਉਹਨਾਂ ਨੂੰ ਸਹੀ ਰਸਤਾ ਲੱਭਾ, ਉਹ ਬਹੁਤ ਉੱਚੇ ਇਨਸਾਨ ਸਾਬਤ ਹੋਏ। ਮਨੁੱਖ ਦੀ ਅੰਤਰੀਵ ਸ਼ਕਤੀਆਂ ਵਿੱਚੋਂ ਇੱਕ ਰੀਸ ਤੇ ਨਕਲ ਕਰਨ ਦੀ ਸ਼ਕਤੀ ਵੀ ਹੈ, ਪਰ ਇਸ ਤੋਂ ਵੀ ਹੋਰ ਚੀਜ਼ਾਂ ਵਾਂਗੂ ਦੋ ਪਹਿਲੂ ਹਨ। ਇੱਕ ਰੀਸ ਉਚੇਰਿਆਂ ਦੀ, ਜਿਸ ਤੋਂ ਉਚਾਈ ਤੇ ਉન્નਤੀ ਪ੍ਰਾਪਤ ਹੁੰਦੀ ਹੈ, ਤੇ ਇੱਕ ਰੀਸ ਨੀਵਿਆਂ ਦੀ, ਜਿਸ ਤੋਂ ਗਿਰਾਵਟ ਤੇ ਘਾਟਾ ਵਾਪਰਦਾ ਹੈ ਤੇ ਜੀਵਨ ਜਿਹੜਾ ਉਹ ਨਰਕ ਸਮਾਨ ਹੋ ਜਾਂਦਾ ਹੈ। ਇਸ ਰੀਸ ਕਰਕੇ ਮਨੁੱਖ ਹੋਰ ਦੁਨੀਆ ਤੋਂ ਬਹੁਤ ਉੱਚਾ ਹੋਇਆ ਹੈ, ਤੇ ਇਸੇ ਰੀਸ ਕਰਕੇ ਹੀ ਜਨਮ ਦਾ ਮਨੁੱਖ ਬਹੁਤ ਵੇਰ ਕਰਮ ਕਰ ਪਸ਼ੂ ਪ੍ਰਤੀਤ ਹੁੰਦਾ ਹੈ। ਉੱਚੀਆਂ ਦੀ ਰੀਸ ਸੇ ਉੱਚਾ ਹੋਈਦਾ ਹੈ। ਤੇ ਇਹ ਬਚਨ ਹਨ, ਬੈਠੀਏ ਪਾਸ ਵੱਢਣ ਕੇ ਹੋਤ ਵੱਢਣ ਸਿਓ ਮੇਲ, ਸਭੀ ਜਾਣਤ बढ़त है ਬਿਰਖ ਬਰਾਬਰ ਵੇਲ। ਨੀਵਿਆਂ ਦੀ ਰੀਸ ਨੀਵਾਂ ਕਰ ਦਿੰਦੀ ਹੈ, ਜਿਹਾ ਕਿ ਕਬੀਰ ਜੀ ਨੇ ਵੀ ਫਰਮਾਇਆ ਹੈ। ਸ਼ਲੋਕ ਕਬੀਰ ਜੀ ਪੰਨਾ 1369। ਕਬੀਰ ਮਾਰੀ ਮਰੂ ਕੁਸੰਗ ਕੀ, ਕੇਲੇ ਨਿਕਟ ਜੋ ਬੇਰ, ਉਹ ਝੂਲਾ ਉਹ ਚੀਰਿਆ, ਸਾਕਤ ਸੰਗ ਨਾ ਹੇਰ। ਇਹ ਨਿਯਮ ਨਿਰਾ ਵਿਅਕਤੀਆਂ ਵਿੱਚ ਹੀ ਕੰਮ ਨਹੀਂ ਕਰਦਾ ਕਿ ਜਿਵੇਂ ਕੇਲੇ ਦਾ ਬੂਟਾ ਜਿਹੜਾ ਪੇੜ ਹੈ, ਉਹ ਅਗਰ ਨਾਲ ਬੇਰੀ ਤੇ ਲੱਗ ਜਾਏ ਤਾਂ ਬੇਰੀ ਤੇ ਆਪਣੇ ਮੌਜ ਵਿੱਚ ਹਵਾ ਆਏਗੀ ਤੇ ਝੂਲੇਗੀ, ਲੇਕਿਨ ਉਹਨੂੰ ਇਹ ਵੀ ਅਹਿਸਾਸ ਨਹੀਂ ਹੈ ਕਿ ਜਿਹੜਾ ਕੇਲੇ ਦੇ ਪੱਤਰ ਕਿੰਨੇ ਜਿਹੜੇ ਹਨ ਮਾਲੂਮ ਹਨ, ਬੜੇ ਮੁਲਾਇਮ ਹਨ, ਤੇ ਉਹਨਾਂ ਨੂੰ ਉਹ ਚੀਰਦੀ ਹੈ। ਫਰਕ ਸਿਰਫ ਉਹਦਾ ਕੇਲੇ ਦੇ ਬੂਟੇ ਦਾ ਜਿਹੜੀ ਬੇਰੀ ਦੇ ਨਾਲ ਸੰਗ ਕਰਨ ਦਾ ਹੈ। ਤੇ ਇਹ ਨਿਯਮ ਨਿਰਾ ਵਿਅਕਤੀਆਂ ਵਿੱਚ ਹੀ ਕੰਮ ਨਹੀਂ ਕਰਦਾ, ਸਗੋਂ ਕੌਮਾਂ ਤੇ ਸਮੁੱਚੀ ਮਨੁੱਖ ਜਾਤੀ ਵਿੱਚ ਵਾਪਰਦਾ ਹੈ। ਜਿਨ੍ਹਾਂ ਉੱਚਿਆਂ ਵੱਲ ਤੱਕਿਆ ਉਹ ਉੱਚੇ ਹੋ ਗਏ, ਜੋ ਨੀਵਿਆਂ ਦੇ ਮਗਰ ਲੱਗੇ ਉਹ ਨੀਵੇਂ। ਜਿਨ੍ਹਾਂ ਦੀ ਅਰਸ਼ਾਂ ਵੱਲ ਦ੍ਰਿਸ਼ਟੀ ਉਹ ਅਰਸ਼ੀ ਬਣ ਨਿਬੜੇ, ਜਿਨ੍ਹਾਂ ਦੀ ਫਰਸ਼ ਵੱਲ ਨਜ਼ਰ ਉਹ ਕਬਰ ਦੀ ਕੁੱਖ ਵਿੱਚ ਜੀਵਨ ਕਰਨ ਵਿੱਚ ਪ੍ਰਵਿਰਤ ਹੋਈਆਂ। ਸਹੀ ਅਰਥਾਂ ਵਿੱਚ ਨੀਵੀਆਂ ਸ਼ਕਤੀਆਂ ਨਾਲ ਇੱਕ ਟਾਕਰਾ ਹੈ। ਦੋਹਾਂ ਨੇ ਜ਼ੋਰ ਲਾਉਣਾ ਹੈ, ਕਦੀ ਉਸਨੇ ਧੱਕ ਕੇ ਲਿਜਾਣਾ ਹੈ ਤੇ ਕਦੀ ਉਸਨੇ ਪ੍ਰਬਲ ਹੋ ਜਾਣਾ ਹੈ। ਸਹੀ ਮਨੁੱਖ ਸ਼ਕਤੀ ਨੇ ਅਗਾਂਹ ਵਧਣਾ ਹੈ, ਉਚੇਰਿਆਂ ਉੱਠਣਾ ਹੈ ਤੇ ਅਰਸ਼ਾਂ ਵੱਲ ਉੱਡਣਾ ਹੈ। ਪਰ ਜੋ ਉਲਟ ਸ਼ਕਤੀਆਂ ਨੇ, ਇਸ ਨੂੰ ਪਛਾਣ ਖਿੱਚਣਾ ਹੈ, ਨਿਵਾਣਾ ਵਿੱਚ ਡੇਗਣਾ ਹੈ ਤੇ ਮਿੱਟੀ ਵਿੱਚ ਮਿਲਾਣਾ ਹੈ। ਇਹੀ ਕਾਰਨ ਹੈ ਕਿ ਸਹੀ ਅਰਥਾਂ ਵਿੱਚ ਮਨੁੱਖ ਦਾ ਬਲ ਚਾਨਣ ਤੇ ਅਸੁਰੀ ਸ਼ਕਤੀਆਂ ਦਾ ਤਾਣ ਅੰਧੇਰਾ ਹੈ। ਉਹ ਪੈਦਾ ਹੀ ਅੰਧੇਰੇ ਵਿੱਚ ਹੁੰਦੀਆਂ ਹਨ ਅਤੇ ਉੱਲੂ ਤੇ ਚਮਗਿੱਦੜਾਂ ਦੀ ਤਰ੍ਹਾਂ ਰੋਸ਼ਨੀ ਤੱਕਦਿਆਂ ਤਿੱਤਰ-ਬਿੱਤਰ ਹੋ ਜਾਂਦੀਆਂ ਹਨ। ਇਸ ਲਈ ਮਨੁੱਖ ਦੀ ਕਾਮਯਾਬੀ ਦਾ ਭੇਦ ਰੋਸ਼ਨੀ ਪੈਦਾ ਕਰਨਾ ਹੈ, ਤੇ ਜੇ ਚਾਨਣ ਪ੍ਰਾਪਤ ਕਰ ਸਕੇ ਤਾਂ ਸੁਤੇ ਹੀ ਪੰਜ ਦੂਤ ਨਸ ਜਾਣਗੇ। ਭਾਈ ਗੁਰਦਾਸ ਜੀ ਨੇ ਵੀ ਗੁਰੂ ਨਾਨਕ ਪਾਤਸ਼ਾਹ ਦੇ ਆਗਮਨ ਵੇਲੇ ਇਹ ਗੱਲ ਕਹੀ ਸੀਗੀ ਕਿ ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ, ਜੋ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਆ। ਤਾਰਿਆਂ ਦੀ ਹੋਂਦ ਹਨੇਰੇ ਵਿੱਚ ਹੈ, ਜਦੋਂ ਸੂਰਜ ਚੜ ਜਾਂਦਾ ਤੇ ਤਾਰੇ ਅਲੋਪ ਹੋ ਜਾਂਦੇ ਹਨ। ਇਸੇ ਗੱਲ ਨੂੰ ਚੌਥੇ ਪਾਤਸ਼ਾਹ ਨੇ ਸਿਰਾਗ ਵਿੱਚ ਫਰਮਾਇਆ ਹੈ, ਛੰਤਾਂ ਵਿੱਚ ਪੰਨਾ 78 ਤੇ, ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ, ਹਰ ਰਤਨ ਪਦਾਰਥ ਲਾਦਾ, ਹਉਮੈ ਰੋਗ ਗਿਆ ਦੁਖ ਲਾਤਾ, ਆਪ ਆਪੈ ਗੁਰਮਤਿ ਖਾਦਾ। ਤੇ ਗੁਰਵਾਕ ਅਨੁਸਾਰ ਗੁਰੂ ਗਿਆਨ ਦੀ ਰੋਸ਼ਨੀ ਚਮਕਣ ਨਾਲ ਹੀ ਹਉਮੈ ਰੋਗ, ਜੋ ਇਹਨਾਂ ਪੰਜੇ ਦੂਤਾਂ ਦੇ ਸਾਂਝੇ ਬਲ ਦਾ ਨਾਮ ਹੈ, ਇਸ ਲਈ ਸੰਸਾਰ ਦੇ ਕਰਮ ਵਿਹਾਰ ਵਿੱਚ ਮਨੁੱਖ ਨੂੰ ਸੱਚੀ ਕਾਮਯਾਬੀ ਲਈ ਗੁਰ ਗਿਆਨ ਦਾ ਪ੍ਰਕਾਸ਼ ਕਰਨਾ ਲੋੜੀਂਦਾ ਹੈ। ਇਸ ਪ੍ਰਕਾਸ਼ ਨੂੰ ਨੇਕੀ ਕਿਹਾ ਜਾਂਦਾ ਹੈ ਤੇ ਨੇਕੀ ਹੀ ਵਿਕਸਦੀ ਹੈ। ਸੋ ਜੇ ਕਰਮ ਨੇਕੀ ਦੇ ਆਸਰੇ ਕੀਤਾ ਜਾਵੇ ਤਾਂ ਫਲ ਸਫਲਤਾ, ਨਹੀਂ ਤਾਂ ਨਿਰਾਸ਼ਤਾ ਹੁੰਦੀ ਹੈ। ਕਰਮ ਦੋਹਾਂ ਤੋਂ ਮਿਲ ਕੇ ਉਪਜਦਾ ਹੈ। ਬਹੁਤ ਵਾਰ ਉਹਨਾਂ ਦੀ ਥਾਂ ਪਰ ਥਾਂ ਸਹੀ ਪਦਵੀ ਸਮਝਣ ਤੋਂ ਬਿਨਾਂ ਭੁਲੇਖਾ ਲੱਗ ਜਾਂਦਾ ਹੈ।
ਮਿਸਾਲ ਦੇ ਤੌਰ ਤੇ ਦੀਵੇ ਵਿੱਚੋਂ ਰੋਸ਼ਨੀ ਨਿਕਲਦੀ ਹੈ। ਹੁਣ ਇੱਥੇ ਦੀਵੇ ਦਾ ਸਹੀ ਮਾਇਨੇ ਵਿੱਚ ਤਾਂ ਨਹੀਂ, ਪਰ ਕੁਝ ਮੁੱਲ ਹੈ। ਉਹ ਹੈ ਚਾਨਣ ਦਿੰਦਾ ਹੈ। ਦੀਵੇ ਦੀ ਵਡਿਆਈ ਚਾਨਣ ਕਰਕੇ ਹੈ। ਜੇ ਦੀਵਾ ਚਾਨਣ ਨਾ ਦੇ ਸਕੇ ਤਾਂ ਉਸਦਾ ਖਰੀਦਣਾ ਪੈਸੇ ਜਾਇਆ ਕਰਨ ਤੇ ਪਛਤਾਣਾ ਹੀ ਪੈਂਦਾ ਹੈ। ਇਸ ਤਰ੍ਹਾਂ ਹੀ ਮਨੁੱਖ ਨੇਕੀ ਨੂੰ ਹਿਰਦੇ ਵਿੱਚ ਰੱਖ ਕਰਮ ਕਰੇ ਤੇ ਆਪਣੀ ਕਿਰਿਆ ਰਾਹੀਂ ਨੇਕੀ ਦਾ ਪ੍ਰਕਾਸ਼ ਕਰੇ। ਗੁਰਮਤਿ ਤੋਂ ਪਹਿਲਾਂ ਮਨੁੱਖ ਨੂੰ ਅਭਾਗ ਵਿੱਚ ਬਸ ਇਹ ਦ੍ਰਿੜ ਕਰਵਾਇਆ ਜਾ ਰਿਹਾ ਸੀ ਕਿ ਖਾਸ ਕਿਸਮ ਦੇ ਕਰਮ ਕਾਂਡ ਨਾਲ ਮਨੁੱਖ ਵਿੱਚ ਨੇਕੀ ਪੈਦਾ ਹੁੰਦੀ ਹੈ। ਮਜ਼ਹਬ ਦੇ ਇਤਿਹਾਸ ਵਿੱਚ ਇਹ ਟਪਲਾ ਬੜਾ ਪੁਰਾਣਾ ਹੈ। ਇਹ ਮਿਸਅੰਡਰਸਟੈਂਡਿੰਗ ਬੜੀ ਪੁਰਾਣੀ ਚਲੀ ਆ ਰਹੀ ਹੈ, ਯਾਨੀ ਕਿ ਨੇਕੀ ਧਰਮ ਕਰਮ ਤੋਂ ਪੈਦਾ ਹੁੰਦੀ ਹੈ। ਹਿੰਦੂਆਂ ਦਾ ਕਰਮ ਮੀਮਾਂਸਾ, ਯਹੂਦੀਆਂ ਦਾ ਰੱਬੀ ਕਾਨੂੰਨ, ਮੁਸਲਮਾਨਾਂ ਦੀ ਸ਼ਰੀਅਤ ਤੇ ਬੁੱਧ ਦੇ ਵਰੀਕਲ ਨੇਮ ਇਸ ਪੁਰਾਣੀ ਗਲਤਫਹਿਮੀ ਦੀ ਬਿਨਾਂ ਉੱਤੇ ਹੀ ਪ੍ਰਚਾਰੇ ਜਾਂਦੇ ਰਹੇ ਹਨ ਕਿ ਕਰਮ ਤੋਂ ਹੀ ਧਰਮ ਦਾ ਵਾਧਾ ਹੁੰਦਾ ਹੈ। ਗੁਰਮਤਿ ਨੇ ਹੋਰਨਾਂ ਪ੍ਰਾਚੀਨ ਗਲਤੀਆਂ ਵਾਂਗ ਇਸ ਭੁੱਲ ਦੇ ਉਲਟ ਵੀ ਆਵਾਜ਼ ਉਠਾਈ ਤੇ ਫਰਮਾਇਆ, ਧੰਨ ਗੁਰੂ ਨਾਨਕ ਪਾਤਸ਼ਾਹ ਨੇ ਸ੍ਰੀ ਰਾਗ ਵਿੱਚ ਪੰਨਾ 18 ਤੇ ਤ੍ਰਿਵਿਧ ਕਰਮ ਕਮਾਈਐ ਆਸ ਅੰਦੇਸਾ ਹੋਏ, ਕਿਉਂ ਗੁਰਬਿਨ ਤ੍ਰਿਪਟੀ ਛੁਟਸੀ ਸਹਿਜ ਮਿਲਿਆ ਸੁਖ ਹੋਏ। ਇਸੇ ਤਰ੍ਹਾਂ ਹੀ ਕਰਮ ਕਾਂਡ ਦਾ ਵਿਸਤਾਰ ਦੱਸ ਕੇ ਆਪਣੀ ਰਾਏ ਇਉਂ ਦਿੰਦੇ ਹਨ ਪੰਚਮ ਪਾਤਸ਼ਾਹ ਪੰਨਾ 98 ਤੇ, ਖੰਡ ਸ਼ਾਸਤਰ ਵਿਚਰਤ ਮੁਖ ਗਿਆਨਾ, ਪੂਜਾ ਤਿਲਕ ਤੀਰਥ ਇਸ਼ਨਾਨਾ, ਨਿਵਲੀ ਕਰਮ ਆਸਨ 84, ਇਹ ਇਨ ਮਨ ਸ਼ਾਂਤ ਨਾ ਆਵੇ ਜਿਉ, ਅਨਕ ਬਰਖ ਕੀਏ ਜਪ ਤਾਪਾ, ਗਵਨ ਕੀਆ ਧਰਤੀ ਪਰਮਾਤਾ, ਇਕ ਖਿਨ ਹਿਰਦੈ ਸ਼ਾਂਤ ਨਾ ਆਵੇ, ਜੋਗੀ ਬੌੜ ਬੌੜ ਉੜਤਾਵੇ ਜਿਉ। तो पंजे पातशाह ने गल फरमाया, ध्यान सारा दवाया कि 6 शास्त्रां दा ज्ञान जिहड़ा मूँह नाल करदे रहे और पूजा तिलक ते तीरथ इशनान दे उपर टेक लगाई रखी, धर्म नूं लभदे रहे, न्योली कर्म ते 84 आसन करदे रहे, पर इहदे नाल भी मन शांत ना होया। अनक बरख कीए जप तापा, और बड़े बड़े तरीके नाल कठिन तरीके नाल कठिन जिहड़ियां क्रियावां राहीं जाप और ताप कीते, गवन किया धरती परमाता, और सारी धरती दे उपर पाउंदे रहे, कदी किते कदी किते, कदी पहाड़ां दी कंदरां चले गए, किते तीरथ इशनानां ते चले गए। एक खिन हिरदा शांत ना आवे, इन्हां कर्म कांडां राहीं एक खिन मात्र भी, थोड़ी देर वास्ते भी ਹਿਰਦੇ ਦੇ ਵਿੱਚ ਸ਼ਾਂਤੀ ਨਹੀਂ ਹੁੰਦੀ, ਸਗੋਂ ਭਟਕਣਾ ਹੀ ਵੱਧਦੀ ਹੈ। ਜੋਗੀ ਬਹੁੜ ਬਹੁੜ ਉਠਤਾਵੇ ਜਿਉ, ਜੋ ਜੋਗੀ ਬਹੁੜ ਬਹੁੜ ਕਦੀ ਤੀਰਥਾਂ ਤੇ, ਕਦੀ ਪਹਾੜਾਂ ਤੇ, ਕਦੀ ਕੰਦਰਾਂ ਤੇ, ਕਦੀ ਲੋਕਾਂ ਦੇ ਵਿੱਚ ਮੰਗਣ ਵਾਸਤੇ ਜਾਣਾ, ਲੇਕਿਨ ਮਨ ਨੂੰ ਸ਼ਾਂਤ ਨਹੀਂ ਆਇਆ। ਹਰ ਬਿਨ ਅਵਰ ਕਿਰਿਆ ਬਿਰਥੇ, ਸਤਿਗੁਰ ਫਰਮਾਉਂਦੇ ਹਨ ਕਿ ਹਰੀ ਦੇ ਸਿਮਰਨ ਤੋਂ ਬਿਨਾਂ ਬਾਕੀ ਸਾਰੇ ਕਿਰਿਆ ਉਹ ਬਿਰਥੇ ਹਨ। ਜਿਵੇਂ ਜਪ ਤਪ ਸੰਜਮ ਕਰਮ ਕਮਾਣੇ, ਇਹ ਉਰੇ ਮੂਸੇ, ਕਿ ਜਿਹੜੇ ਜਪ ਤਪ ਔਰ ਸੰਜਮ ਜਿਹੜੇ ਕਰਮ ਕਰਨੇ ਹਨ, ਜਿਹੜੇ ਗੁਰੂ ਦੇ ਦੱਸੇ ਰਸਤੇ ਤੋਂ ਬਿਨਾਂ ਜਿਹੜੇ ਕੰਮ ਕੀਤੇ ਜਾਂਦੇ ਹਨ, ਉਹ ਕਰਮ ਕਾਂਡ ਹਨ, ਔਰ ਇਹ ਤਾਂ ਪਿੱਛੇ ਹੀ ਰਹਿ ਜਾਂਦੇ ਹਨ। ਕਿਉਂਕਿ ਇਹਦੇ 'ਚ ਨਾਮ ਨਹੀਂ ਹੈ, ਪਰਮਾਤਮਾ ਦੀ ਵਡਿਆਈ ਨਹੀਂ ਹੈ, ਇਹ ਤੇ ਸਿਰਫ ਆਪਣੀ ਸਰੀਰਕ ਤਪੱਸਿਆ ਹੈ। ਵਰਤ ਨੇਮ ਸੰਜਮ ਮੇ ਰਹਤਾ, ਤਿਨਕਾ ਆੜ ਨਾ ਪਾਇਆ, ਕਿ ਬੜੇ ਬੜੇ ਵਰਤ ਕੀਤੇ, ਬੜੇ ਬੜੇ ਨੇਮ ਕੀਤੇ, ਬੜੇ ਬੜੇ ਬਾਡੀ ਨੂੰ ਕੰਟਰੋਲ ਕਰਨ ਦੀ ਗੱਲ ਕੀਤੇ, ਉਹਦੇ ਵਿੱਚ ਹੀ ਲੱਗਾ ਰਿਹਾ, ਉਹਦਾ ਕਿ ਅੱਡਾ ਕੋਡੀ ਵੀ ਮੁੱਲ ਨਾ ਪਿਆ। ਆਗੇ ਚੱਲਣ ਔਰ ਹੈ ਭਾਈ, ਉਹਾਂ ਕਾਮ ਨਾ ਆਇਆ। ਅੱਗੇ ਚੱਲਣ ਹੈ ਕਿ ਉਹਦੇ ਇਸ ਜੀਵਨ ਦੇ ਵਿੱਚ ਕੀਤਾ ਕੀ ਹੈ। ਉਸਨੇ ਆਪਣੇ ਜੀਵਨ ਦੇ ਵਿੱਚ ਸਤ ਸੰਤੋਖ, ਦਇਆ, ਧਰਮ, ਧੀਰਜ ਔਰ ਕਾਮ ਕਰੋ ਲੋਭ ਮੋਹ ਹੰਕਾਰ ਤੋਂ ਆਪਣੇ ਆਪ ਨੂੰ ਛੁਡਾਇਆ ਕਿ ਨਹੀਂ। ਨਹੀਂ ਤੇ ਕੀ ਹੋਇਆ ਕਿ ਦੇਸ਼ ਛੋੜ ਪ੍ਰਦੇਸਿਤ ਆਇਆ, 5 ਝੰਡਾਲ ਨਾਲ ਲੈ ਆਇਆ, ਕਿ ਘਰ ਗ੍ਰਸਤੀ ਤੋਂ ਤੰਗ ਆ ਕਰਕੇ, ਸੰਸਾਰ ਦੀ ਜ਼ਿੰਮੇਵਾਰੀ ਨਾ ਨਿਭਾਉਣ ਕਰਕੇ ਉਹ ਪਹਾੜਾਂ ਵੀ ਚਲਾ ਗਿਆ, ਕੰਦਰਾਂ ਵੀ ਚਲਾ ਗਿਆ, ਲੇਕਿਨ ਉੱਥੇ ਵੀ ਕਾਮ ਕਰੋ ਲੋਭ ਮੋਹ ਹੰਕਾਰ ਉੱਥੇ ਵੀ ਨਾਲ ਲੈ ਗਿਆ। ਤੀਰਥ ਨਾਏ ਅਰ ਧਰਨੀ ਭ੍ਰਤਾ, ਆਗੇ ਠੌਰ ਨਾ ਪਾਵੇ, ਤੀਰਥਾਂ ਤੇ ਇਸ਼ਨਾਨ ਕਰਦਾ ਫਿਰਦਾ ਹੈ, ਧਰਤੀ ਦੇ ਚੱਕਰ ਲਗਾਉਂਦਾ ਫਿਰਦਾ ਹੈ, ਉਹਾਂ ਕਾਮ ਨਾ ਆਵੇ ਇਹ ਵਿਦ, ਉਹ ਲੋਗਨ ਹੀ ਪਤਿਆਵੇ। ਉਹ ਪਰਮਾਤਮਾ ਦੀ ਦਰਗਾਹ ਦੇ ਵਿੱਚ ਉਹ ਪ੍ਰਮਾਣ ਨਹੀਂ, ਕਿਉਂਕਿ ਉਹਦੇ ਨਾਲ ਜੀਵਨ ਦੇ ਵਿੱਚ ਕੋਈ ਜਿਹੜੀ ਹੈ ਉਹ ਇੰਪਰੂਵਮੈਂਟ ਨਹੀਂ ਹੁੰਦੀ, ਉਹਦੇ ਅੰਦਰ ਕੋਈ ਵੈਲਿਊ ਐਡੀਸ਼ਨ ਨਹੀਂ ਹੁੰਦੀ।
ਤੇ ਉਹ ਲੋਕਾਂ ਨੂੰ ਹੀ ਸਿਰਫ ਭਰਮਾ ਰਿਹਾ ਕਿ ਮੈਂ ਇੰਨੇ ਤੀਰਥ ਕਰ ਲਏ, ਮੈਂ ਇੰਨੇ ਜਪ ਤਪ ਕਰ ਲਏ, ਮੈਂ ਇੰਨੀ ਜਗ੍ਹਾ ਦੇ ਉੱਪਰ ਤੀਰਥਾਂ ਤੇ ਘੁੰਮ ਆਇਆ। ਚਤੁਰਵੇਦ ਮੁਖ ਬਚਨੀ ਉਚਰਾ, ਆਗੇ ਮਹਿਲ ਨਾ ਪਾਈਏ। ਕਿ ਜਿਹੜੇ ਵੇਦ ਨੇ ਬੜਾ ਚਤੁਰ ਹੈ ਔਰ ਬੜੇ ਜ਼ੁਬਾਨੀ ਵੇਦ ਮੁਖ ਦੇ ਨਾਲ ਉਚਾਰ ਸਕਦਾ ਹੈ, ਲੇਕਿਨ ਇਹ ਸਾਰੀਆਂ ਗੱਲਾਂ ਇੱਥੇ ਹੀ ਰਹਿਣ ਵਾਲੀਆਂ ਹਨ। ਬੂਝੇ ਨਾ ਹੀ ਏਕ ਸੁਧਾਕਰ ਉਹ ਸਗਲੀ ਝਾਕ ਚੁਕਾਈਏ। ਕਿ ਉਹ ਸੁਧਾ ਅੱਖਰ ਕੀ ਹੈ? ਉਹ ਪਰਮਾਤਮਾ ਦਾ ਨਾਮ ਹੈ। ਅਗਰ ਉਹਨੂੰ ਨਹੀਂ ਬੁਝਿਆ ਤੇ ਉਹ ਇਹ ਸਾਰੀਆਂ ਗੱਲਾਂ ਜਿਹੜੀਆਂ ਕੀਤੀਆਂ ਹਨ ਉਹ ਝਾਕੀ ਮਾਰਦਾ ਰਿਹਾ ਹੈ। ਇਹ ਗੌੜੀ ਮੱਲਾ ਪੰਜਵਾਂ ਵਿੱਚ ਪੰਨਾ 216 ਦੇ ਉੱਪਰ ਪੰਜੇ ਪਾਤਸ਼ਾਹ ਨੇ ਫਰਮਾਇਆ। ਗੁਰਬਾਣੀ ਵਿੱਚ ਇਸ ਭਾਵ ਨੂੰ ਬੇਅੰਤ ਵਾਰ ਦੁਹਰਾਇਆ ਗਿਆ ਹੈ, ਪਰ ਇੱਕ ਥਾਂ ਤੇ ਤਾਂ ਬਿਲਕੁਲ ਜੋੜ ਦੇ ਕੇ ਇਸ ਭਾਵ ਨੂੰ ਨਿਚੋੜ ਕੇ ਅੱਗੇ ਰੱਖ ਦਿੱਤਾ ਹੈ। ਔਰ ਪੰਜਮ ਪਾਤਸ਼ਾਹ ਨੇ ਸੋਰਠ ਰਾਗ ਵਿੱਚ 641 ਅੰਗ ਦੇ ਉੱਪਰ ਜੋ ਬੋਲ ਦਰਜ ਕੀਤੇ ਹਨ ਉਹ ਮੈਂ ਆਪ ਨਾਲ ਸਾਂਝੇ ਕਰਦਾ ਹਾਂ। ਸਤਿਗੁਰ ਫਰਮਾਉਂਦੇ ਹਨ, ਪਾਠ ਪੜਿਓ ਹਰ ਵੇਦ ਵਿਚਾਰਿਓ, ਨਿਵਲ ਭੁਹੰਗਮ ਸਾਧੇ, ਪੰਚ ਜਨਾ ਸਿਓ ਸੰਗ ਨਾ ਚੁੜਕਿਓ, ਅਦਕ ਅਹੰਗ ਬੁੱਧ ਬਾਧੇ। प्यारे इन विद मिलन ना जाए, मैं किए कर्म अनेका, हार पर्यो स्वामी क्या द्वारे, दीजिए बुद्ध विवेका। सतगुरु ने समझाया कि मैं बड़े बड़े पाठ पढ़े, वेदां दी बड़ी बड़ी विचार कीती, बड़े ते न्योली कर्म कीते और बड़ी अपनी ਜਿਹੜੀ ਕੁੰਡਲਨੀ ਉਹਨੂੰ ਮੈਂ ਸਾਧਿਆ। ਪਰ ਇਹਦੇ ਨਾਲ ਵੀ ਮੇਰਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਛੁਟਕਾਰਾ ਨਾ ਹੋਇਆ, ਸਗੋਂ ਮੇਰੇ ਅੰਦਰ ਅਹੰਕਾਰ ਵਧਿਆ। ਪਿਆਰੇ ਸਤਿਗੁਰ ਫਰਮਾਉਂਦੇ ਹਨ, ਹੇ ਪਿਆਰੇ ਇਨ ਵਿਦ ਮਿਲਣ ਨਾ ਜਾਈ, ਇਹਨਾਂ ਤਰੀਕਿਆਂ ਦੇ ਨਾਲ ਪਰਮਾਤਮਾ ਦੇ ਨਾਲ ਮਿਲਾਪ ਨਹੀਂ ਹੋ ਸਕਦਾ। ਮੈਂ ਕੀਏ ਕਰਮ ਅਨੇਕਾ, ਭਾਵੇਂ ਅਨੇਕਾਂ ਹੀ ਕਰਮ ਜਿਹੜੇ ਹਨ ਕੀਤੇ ਜਾਣ, ਹਾਰ ਪਰਿਓ ਸਵਾਮੀ ਕੇ ਦੁਆਰੇ, ਕਿ ਹਾਰ ਕੇ ਸਵਾਮੀ ਦੇ ਦੁਆਰੇ ਡਿੱਗਣ ਨਾਲ ਹੀ, ਅਰਦਾਸ ਕਰਨ ਨਾਲ ਹੀ ਕਿ ਦੀਜਿਆ ਬੁੱਧ ਵਿਵੇਕਾ, ਕਿ ਵਿਵੇਕ ਬੁੱਧ ਮੈਨੂੰ ਪ੍ਰਾਪਤ ਹੋਏ। ਸਵਾਮੀ ਦੇ ਦੁਆਰੇ ਤੋਂ ਮਿਲੀ ਹੋਈ ਵਿਵੇਕ ਬੁੱਧੀ ਤੋਂ ਬਿਨਾ ਇਹਨਾਂ ਝੂਠੇ ਕਰਮਾਂ ਦੇ ਕਾਰਨ ਨਾਲ ਸਗੋਂ ਅਹੰਕਾਰ ਵਿੱਚ ਵਾਧਾ ਹੁੰਦਾ ਹੈ। ਝੂਠਾ ਮਾਨ ਤੇ ਖੁਦੀ ਜੋੜ ਪੜਦੀ ਹੈ ਕਿ ਮੈਂ ਕੁਝ ਹਾਂ। ਅਗਰ ਸੰਸਾਰ ਦੇ ਇਤਿਹਾਸ ਤੇ ਨਿਗਾਹ ਮਾਰੀਏ ਤਾਂ ਸਤਿਗੁਰਾਂ ਦਾ ਇਹ ਪਵਿੱਤਰ ਵਚਨ ਥਾਂ ਤੇ ਵਾਪਰਦਾ ਦਿਸ ਆਉਂਦਾ ਹੈ। ਰਾਜਨੀਤਿਕ ਖੇਤਰ ਵਿੱਚ ਤਾਂ ਭਲਾ ਜਰ ਜੋਰੂ ਜ਼ਮੀਨ ਕਰਕੇ ਲੜਾਈਆਂ ਝਗੜੇ ਹੋਣੇ ਹੀ ਹੋਏ, ਪਰ ਮਜ਼ਹਬ ਦਾ ਪੁਰਾਣਾ ਇਤਿਹਾਸ, ਮਜ਼ਹਬੀ ਵਾਦ ਵਿਵਾਦ ਅਰਥਾਤ ਤਸੱਸਬ ਦੇ ਆਸਰੇ ਲੜਾਈਆਂ ਝਗੜੀਆਂ ਅਕਹਿ ਜ਼ੁਲਮਾਂ ਦੇ ਸਿਤਮ ਤੇ ਕਾਰਨਾਮਿਆਂ ਨਾਲ ਭਰਿਆ ਪਿਆ ਹੈ। ਸਾਰੀ ਗੱਲ ਤਾਂ ਇਹ ਹੈ ਕਿ ਕੋਈ ਨੀਵੇਂ ਤੋਂ ਨੀਵਾਂ ਮਨੁੱਖ ਵੀ ਉਹ ਅਤਿਆਚਾਰ ਨਹੀਂ ਕਰ ਸਕਦਾ ਜੋ ਫੋਕੇ ਕਰਮ ਕਾਂਡ ਦੇ ਅਧੀਨ ਪੈਦਾ ਹੋਈ ਖੁਸ਼ਕ ਤੇ ਗੁਸੈਲ ਤਬੀਅਤ ਵਾਲਾ ਕਰਮ ਕਾਂਡੀ ਕਰ ਸਕਦਾ ਹੈ। ਇਹੀ ਕਾਰਨ ਹੈ ਕਿ ਸੰਤਾਂ ਨੇ ਅਜਿਹੇ ਕਰਮ ਕਾਂਡੀਆਂ ਨੂੰ ਪੱਥਰ ਚਿੱਤ ਤੇ ਜੀਵਨ ਨਿੱਘ ਤੋਂ ਸੁਣਨੇ ਬਰਫਾਨੀ ਦਿਲ ਵਾਲਾ ਇਨਸਾਨ ਕਿਹਾ ਹੈ। ਜਾਹਦ ਦਾ ਗਮਾਂ ਦੀ ਠੰਡ ਨਾਲ ਭਰਿਆ ਦਿਲ ਜੀਵਨ ਦੀ ਤਪਸ਼ ਨੂੰ ਕੀ ਸਮਝੇ, ਉਸ ਨੂੰ ਤਾਂ ਲੁਤਫ ਹੀ ਆਉਂਦਾ ਹੈ। ਅਸਲ ਵਿੱਚ ਕਰਮ ਕਾਂਡ ਦੇ ਮਾਰੇ ਹੋਏ ਦਿਲ ਪਾਣੀ ਵਿੱਚ ਡੁੱਬੀ ਹੋਈ ਖੇਤੀ ਵਾਂਗ ਜੀਵਨ ਦੇ ਫਲ ਤੋਂ ਸਦਾ ਵਾਂਝੇ ਰਹਿਣ ਵਾਲੇ ਬੂਟੇ ਬਣ ਜਾਂਦੇ ਹਨ। ਉਹਨਾਂ ਦੇ ਬਰਫਾਨੀ ਮਨਾਂ ਵਿੱਚ ਦੀ ਆਖਰੀ ਚਿਨਕ ਵੀ ਸੌਂ ਜਾਂਦੀ ਹੈ। ਨੇਕੀ ਦੀ ਜੋ ਅੰਸ਼ ਪਾਪੀ ਮਨੁੱਖ ਦੇ ਦਿਲ ਦੀਆਂ ਗਹਿਰਾਈਆਂ ਵਿੱਚੋਂ ਕਦੀ ਨਾ ਕਦੀ ਸਫੁੱਟ ਚਸ਼ਮੇ ਵਾਂਗ ਨੀਰ ਚੀਰ ਕੇ ਬਾਹਰ ਆ ਜਾਂਦੀ ਹੈ, ਕਰਮ ਕਾਂਡੀਆਂ ਦੇ ਦਿਲ ਉਸ ਤੋਂ ਵੀ ਜਿਹੜੇ ਹਨ ਉਹ ਮਹਿਰੂਮ ਰਹਿੰਦੇ ਹਨ। ਸਾਡੇ ਇਤਿਹਾਸ ਵਿੱਚ ਇਸ ਦੀ ਸਭ ਤੋਂ ਖੂਬਸੂਰਤ ਮਿਸਾਲ ਮਿਲਦੀ ਹੈ। ਲਿਖਿਆ ਹੈ ਕਿ ਜਦ ਕਰਨੀ ਵਿੱਚ ਉੱਚੇ ਤੇ ਉਮਰ ਵਿੱਚ ਛੋਟੇ ਮਾਸੂਮ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਸਰਹੰਦ ਦੇ ਹਾਕਮ ਦੇ ਦਰਬਾਰ ਵਿੱਚ ਪੇਸ਼ ਹੋਏ ਤਾਂ ਹਾਕਮ ਨੇ ਸਭ ਤੋਂ ਪਹਿਲਾਂ ਮਲੇਰਕੋਟਲੇ ਵਾਲੇ ਪਠਾਨ ਸਰਦਾਰ ਨੂੰ ਕਿਹਾ, ਤੁਹਾਡੇ ਭਾਈ ਦਾ ਖੂਨ ਇਹਨਾਂ ਦੇ ਬਾਪ ਗੋਬਿੰਦ ਸਿੰਘ ਦੇ ਜਿੰਮੇ ਹੈ, ਤੁਸੀਂ ਮੁਸਲਮਾਨ ਹੋ, ਕਸਾਬ ਬਦਲਾ ਤੁਹਾਡੇ ਤੇ ਰਵਾ ਹੈ, ਤੁਸੀਂ ਬਦਲਾ ਲਵੋ, ਤੁਸੀਂ ਇਹਨਾਂ ਬੱਚਿਆਂ ਨੂੰ ਖਤਮ ਕਰੋ। ਪਰ ਉਹਨਾਂ ਸਿਪਾਹੀ ਸਰਦਾਰਾਂ ਨੇ ਜੋ ਸ਼ਰਾਬ ਪੀ ਲੈਂਦੇ ਸਨ ਤੇ ਵੇਸ਼ਵਾ ਨਿਰਤ ਵੀ ਦੇਖ ਲੈਂਦੇ ਸਨ ਤੇ ਜਿਨ੍ਹਾਂ ਨੂੰ ਸ਼ਰੀਅਤ ਦੇ ਕਰਮ ਪੂਰੇ ਕਰਨ ਦਾ ਘੱਟ ਹੀ ਖਿਆਲ ਰਹਿੰਦਾ ਸੀ, ਤਰਬਕ ਕੇ ਕਿਹਾ
कि ये साथों नहीं हो सकता, ਅਸੀਂ ਆਪਣੇ ਭਾਈ ਦਾ ਵੈਰ ਇਹਨਾਂ ਦੇ ਪਿਤਾ ਤੋਂ ਲਵਾਂਗੇ। ਇਹਨਾਂ ਮਾਸੂਮਾਂ ਤੇ ਹੱਥ ਚੁੱਕਣਾ ਇਨਸਾਨੀਅਤ ਦੇ ਵਿਰੁੱਧ ਹੈ। ਅਸੀਂ ਸਾਊ ਪੁਣੇ ਤੇ ਸੂਰਮਤਾ ਨੂੰ ਲਾਜ ਨਹੀਂ ਲਗਾ ਸਕਦੇ। ਪਰ ਜਦ ਉਹੀ ਸਵਾਲ ਜਿਸ ਤੇ ਪੂਰਾ ਕਰਨ ਤੇ ਸ਼ਰਾਬੀ ਤੇ ਅਯਾਸੀ ਸਿਪਾਹੀਆਂ ਨੇ ਬਦੀ ਸਮਝ ਕੇ ਇਨਕਾਰ ਕਰ ਦਿੱਤਾ, ਸ਼ਰਈ ਲਿਬਾਸ, ਲੰਬੀਆਂ ਦਾੜੀਆਂ ਤੇ ਹੱਥੀ ਮਾਲਾ ਫੇਰ ਰਹੇ ਕਰਮਕਾਂਡੀ ਮੌਲਾਨਿਆਂ ਤੇ ਮੁਫਤੀਆਂ ਦੇ ਪੇਸ਼ ਹੋਇਆ, ਤਾਂ ਉਹਨਾਂ ਨੇ ਬਿਨਾਂ ਝਿਜਕ ਮਾਸੂਮਾਂ ਨੂੰ ਦੀਵਾਰਾਂ ਵਿੱਚ ਚਿਣਨ ਦਾ ਫਤਵਾ ਦੇ ਦਿੱਤਾ। ਇਹ ਮਿਸਾਲ ਸਪਸ਼ਟ ਕਰ ਦਿੰਦੀ ਹੈ ਕਿ ਫੋਕਾ ਕਰਮਕਾਂਡ ਕਿਸ ਤਰ੍ਹਾਂ ਬੁੱਧੀ ਨੂੰ ਵਧਾ ਦਿੰਦਾ ਹੈ ਤੇ ਮਨੁੱਖ ਨੂੰ ਸਤ ਅਸਤ ਦੀ ਵਿਚਾਰ ਤੋਂ ਪਰੇ ਲੈ ਜਾਂਦਾ ਹੈ। ਸਹੀ ਅਰਥਾਂ ਵਿੱਚ ਕਰਮਕਾਂਡ ਇੱਕ ਸ਼ਿੰਗਾਰ ਦੀ ਤਰ੍ਹਾਂ ਹੈ ਜੋ ਜਗਿਆਸੂ ਪ੍ਰਭੂ ਮਿਲਾਪ ਲਈ ਲਗਾਉਂਦਾ ਹੈ। ਪਰ ਜੇ ਮਿਲਾਪ ਦਾ ਵਕਤ ਸ਼ਿੰਗਾਰ ਵਿੱਚ ਹੀ ਲੰਘ ਜਾਵੇ ਤਾਂ ਸ਼ਿੰਗਾਰ ਦਾ ਕੀ ਫਾਇਦਾ? ਸ਼ਿੰਗਾਰ ਤਾਂ ਹੈ ਹੀ ਪਤੀ ਮਿਲਾਪ ਲਈ। ਜੇ ਨਾ ਹੋ ਸਕੇ ਤਾਂ ਸ਼ਿੰਗਾਰ ਦੇ ਕੀ ਅਰਥ? ਸ਼ਿੰਗਾਰ ਅਸਲ ਵਿੱਚ ਤਾਂ ਹੀ ਸੁਭਾਏਮਾਨ ਹੁੰਦਾ ਹੈ ਜੇ ਮਿਲਾਪ ਦਾ ਸਾਧਨ ਬਣ ਸਕੇ। ਪਰ ਜੇ ਮਿਲਣ ਵਿੱਚ ਵਿਘਨ ਪਵੇ ਤਾਂ ਉਲਟਾ ਹੱਡਾਂ ਨੂੰ ਖਾਂਦਾ ਹੈ। ਪੰਜਮ ਪਾਤਸ਼ਾਹ ਨੇ ਫੁਨੇ ਵਿੱਚ ਫਰਮਾਇਆ ਹੈ, ਪੰਨਾ 1361 ਤੇ, ਸਖੀ ਕਾਜਲ ਹਾਰ ਤੰਬੋਲ ਸਭੈ ਕਿਛ ਸਾਜਿਆ, 16 ਕੀਏ ਸ਼ਿੰਗਾਰ ਕੇ ਅੰਜਨ ਪਾਜਿਆ, ਜੇ ਕਰ ਆਵੇ ਕੰਤ ਤਾਂ ਸਭ ਕੁਛ ਪਾਈਏ, ਅਰ ਹਾਂ ਕੰਤੇ ਬਾਜ ਸ਼ਿੰਗਾਰ ਸਭ ਫਿਰਤਾ ਜਾਈਏ। ਪਰ ਇਹ ਸ਼ਿੰਗਾਰ ਮਿਲਾਪ ਦੇ ਚਾਹ ਕਰਕੇ ਹੁੰਦਾ ਹੈ, ਦੰਭ ਤੇ ਖੌਫ ਕਰਕੇ ਨਹੀਂ। ਕਰਮ ਕਾਂਡ ਦਾ ਪੁਰਾਣਾ ਨਜ਼ਾਰਾ ਦੰਡ ਤੇ ਖੌਫ ਤੇ ਕਾਇਮ ਕੀਤਾ ਗਿਆ ਸੀ। ਮੂਸਾ ਰਾਹੀਂ ਸੁਣਾਏ ਗਏ ਕਾਨੂੰਨ ਯਹੋਵਾ ਖੁਦਾ ਦੀ ਗੁਸੈਲ ਤਬੀਅਤ ਤੋਂ ਡਰਨ ਕਰਕੇ ਹੀ ਮੰਨੇ ਜਾਣੇ ਜ਼ਰੂਰੀ ਸਨ। ਮੁੱਲਾਂ ਦੀ ਸ਼ਰੀਅਤ ਬਾਰੇ ਜਹੰਨਮ ਦੇ ਖੌਫ ਤੇ ਬ੍ਰਾਹਮਣ ਦੇ ਕਰਮ ਕਾਂਡੀ ਵੈਤਰਨੀ ਨਦੀ ਵਿੱਚੋਂ ਲੰਘਣ ਦੇ ਡਰ ਕਰਕੇ ਮੰਨਣਾ ਜ਼ਰੂਰੀ ਸੀ। ਇੱਥੇ ਮਿਲਾਪ ਦਾ ਤਾਂ ਕੋਈ ਸਵਾਲ ਹੀ ਨਹੀਂ ਸੀ, ਕਰਨ ਲਈ ਹੀ ਕਰਮ ਕਰਨਾ ਸੀ। ਜਿਸ ਕਰਕੇ ਜੇ ਕਦੀ ਸੁਭਾਗਵਸ ਮਿਲਾਪ ਦਾ ਸਮਾਂ ਆਇਆ ਵੀ ਤਾਂ ਕਰਮ ਸ਼ਿੰਗਾਰ ਦੇ ਰੁਝੇਵੇਂ ਵਿੱਚ ਲੰਘਾ ਦਿੱਤਾ ਗਿਆ। स्वर्गवासी विश्व कवि टैगोर जी ने एक जगह ते बड़ा सुंदर लिखा है, शहजादा मेरे दरवाजे ते आया, उसने निमाणी दे दर ते दस्तक दिती, उन्हें बूहा खड़काया, पर मैं अजे मिलन नूं तैयार नहीं सी, शिंगार नहीं सी होया ते उसदे गले विच पाउण लई हार अधूरा सी, वो चला गया। कर्मकांड दी इस फोकी वरतों ते इस तो पैदा खुदी दे मिलाप विच विघन पाउण वाली अवस्था ਨੂੰ ਪ੍ਰਗਟ ਕਰਦੇ ਹੋਏ ਮਸ਼ਹੂਰ ਸੰਤ ਚੂਹੜ ਕਵੀ ਜੀ ਇਉਂ ਲਿਖਦੇ ਹਨ ਕਿ ਇੱਕ ਸੰਤਾਨਹੀਨ ਮਹਾਰਾਜ ਨੇ ਆਪਣੇ ਹੱਥੀਂ ਮਹਾਰਾਣੀ ਦੇ ਕਹਿਣ ਤੇ ਦੂਜਾ ਵਿਆਹ ਕਰ ਲਿਆ। ਨਵਾਂ ਵਿਆਹ ਕਰਨ ਨੂੰ ਉਸ ਦਾ ਮਨ ਤਾਂ ਨਹੀਂ ਸੀ ਕਰਦਾ, ਪਰ ਜਦ ਜਿੱਦੀ ਰਾਣੀ ਦੇ ਤ੍ਰਿਆ ਹੱਠ ਨੇ ਉਹਨਾਂ ਨੂੰ ਮਜਬੂਰ ਕਰ ਦਿੱਤਾ ਤਾਂ ਉਹਨਾਂ ਨੇ ਰਾਣੀ ਕੋਲੋਂ ਇਹ ਸ਼ਰਤ ਮਨਵਾ ਲਈ ਕਿ ਰਣਵਾਸ ਪ੍ਰਵੇਸ਼ ਦਾ ਪ੍ਰੋਗਰਾਮ ਨਵੀਂ ਰਾਣੀ ਦੀ ਮਨਜ਼ੂਰੀ ਤੇ ਹੀ ਬਣਾਇਆ ਕਰੇਗਾ। ਮਹਾਰਾਣੀ ਮੰਨ ਗਈ। ਨਵੀਂ ਰਾਣੀ ਨੇ, ਜਿਸ ਨੂੰ ਆਪਣੇ ਪ੍ਰੇਮ ਜਾਦੂ ਨਾਲੋਂ ਕਾਇਦੇ ਦੀਆਂ ਪਾਬੰਦੀਆਂ ਤੇ ਜ਼ਿਆਦਾ ਭਰੋਸਾ ਸੀ, ਇਹ ਫੈਸਲਾ ਕਰ ਦਿੱਤਾ ਕਿ ਮਹਾਰਾਜ ਉਸਦੇ ਹੀ ਰਣਵਾਸ ਵਿੱਚ ਰਿਹਾ ਕਰਨਗੇ ਤੇ ਵੱਡੀ ਮਹਾਰਾਣੀ ਦੇ ਕਦੇ ਨਹੀਂ ਜਾ ਸਕਣਗੇ। ਮਹਾਰਾਜ ਨੇ ਇਹ ਨਿਯਮ ਪ੍ਰਵਾਨ ਕਰ ਲਿਆ ਤੇ ਵੱਡੀ ਮਹਾਰਾਣੀ ਵੀ ਮਹਾਰਾਜਾ ਦੇ ਖਾਣ ਅਤੇ ਬਸਤਰ ਦੀ ਸੇਵਾ ਆਪਣੇ ਵਾਸਤੇ ਪ੍ਰਵਾਨ ਕਰਾ ਕੇ ਨਵੇਂ ਪ੍ਰਬੰਧ ਨਾਲ ਸਹਿਮਤ ਹੋ ਗਈ। ਸਮਾਂ ਲੰਘਦਾ ਗਿਆ। ਸੱਚੀ ਪ੍ਰੀਤ ਭਰੀ ਸਿਦਕਵਾਨ ਮਹਾਰਾਣੀ ਪਤੀ ਸੇਵਾ ਵਿੱਚੋਂ ਹੀ ਜੀਵਨ ਰਸ ਲੈ ਸਦਾ ਸੁਖੀ ਤੇ ਖੇੜੇ ਦੀ ਜ਼ਿੰਦਗੀ ਬਸਰ ਕਰ ਰਹੀ ਸੀ। ਕਾਇਦਿਆਂ ਤੇ ਪਾਬੰਦੀ ਦੇ ਆਸਰੇ ਸ਼ਿੰਗਾਰ ਵਸ ਕਰ ਪਤੀ ਤੇ ਕਾਬੂ ਪਾਉਣ ਵਾਲੀ ਛੋਟੀ ਰਾਣੀ ਉਸ ਦੀ ਇਸ ਅਵਸਥਾ ਤੇ ਈਰਖਾ ਕਰ ਰਹੀ ਸੀ। ਉੜਕ ਉਸ ਨੂੰ ਇਹ ਖਬਰ ਮਿਲੀ ਕਿ ਵੱਡੀ ਰਾਣੀ ਕੋਲ 9 ਲੱਖਾਂ ਹਾਰ ਹੈ, ਜਿਸ ਦੀ ਮਲਕੀਅਤ ਦੇ ਨਸ਼ੇ ਵਿੱਚ ਹਮੇਸ਼ਾ ਪ੍ਰਸੰਨ ਰਹਿੰਦੀ ਹੈ। ਛੋਟੀ ਰਾਣੀ ਨੇ ਵੱਡੀ ਦੀਆਂ ਖੁਸ਼ੀਆਂ ਦਾ ਹਾਰ ਖਰੀਦ ਲੈਣਾ ਚਾਹਿਆ। ਜਾਂ ਮੁੱਲ ਪੁੱਛਿਆ ਤਾਂ ਵੱਡੀ ਨੇ ਕਿਹਾ ਕਿ ਪਤੀ ਮਿਲਾਪ ਦੀ ਇੱਕ ਰਾਤ ਸ਼ਿੰਗਾਰ ਸ਼ੋਰ ਵਿੱਚ ਰੁੱਝੀ ਬਾਂਵਲੀ ਹੋਈ ਨਵੀਂ ਰਾਣੀ ਨੇ ਇਸ ਕੀਮਤ ਨੂੰ ਮਾਮੂਲੀ ਸਮਝ ਫੌਰਨ ਕਬੂਲ ਕਰ ਲਿਆ। ਸੌਦਾ ਪੱਕਾ ਹੋ ਗਿਆ। ਅਗਲੀ ਸ਼ਾਮ ਦੀ ਹਾਰ ਛੋਟੀ ਕੋਲ ਪੁੱਜ ਗਿਆ, ਜਿਸ ਨੂੰ ਗਲੇ ਪਾ ਕੇ ਉਸਨੇ ਆਪਣੀ ਸੁੰਦਰਤਾ ਵਿੱਚ ਵਾਧਾ ਕਰ ਲਿਆ
ਤੇ ਮਹਾਰਾਜਾ ਨੂੰ ਵੱਡੀ ਰਾਣੀ ਦੇ ਮਹਿਲ ਵੀ ਜਾਣ ਦੀ ਆਗਿਆ ਮਿਲ ਗਈ। ਜਦ ਮਹਾਰਾਣੀ ਨੇ ਆਪਣੇ ਗ੍ਰਹਿ ਪਤੀ ਨੂੰ ਪ੍ਰਵੇਸ਼ ਕਰਦਿਆਂ ਤੱਕਿਆ ਤਾਂ ਬੇਬਲ ਹੋ ਚਰਨਾਂ ਤੇ ਟਹਿ ਪਈ ਤੇ ਉਹਨਾਂ ਦਾ ਧੰਨਵਾਦ ਕਰਨ ਲੱਗੀ। ਤਾਂ ਮਹਾਰਾਜ ਨੇ ਕਿਹਾ, ਮੇਰੇ ਧੰਨਵਾਦ ਦਾ ਕੋਈ ਮੁਕਾਮ ਨਹੀਂ, ਧੰਨਵਾਦ ਛੋਟੀ ਰਾਣੀ ਦਾ ਕਰੋ ਜਿਸ ਨੇ ਮੈਨੂੰ ਇੱਥੇ ਆਉਣ ਦੀ ਆਗਿਆ ਦਿੱਤੀ ਹੈ। ਮਹਾਰਾਣੀ ਬੋਲੀ, ਉਹਨਾਂ ਤਾਂ ਮੇਰੇ ਨਾਲ ਸੌਦਾ ਕੀਤਾ ਹੈ, ਫਿਰ ਉਹਨਾਂ ਦਾ ਧੰਨਵਾਦ ਕਾਹਦਾ? ਉਹਨੇ 9 ਲੱਖਾਂ ਹਾਰ ਲੈ ਲਿਆ ਹੈ ਤੇ ਪਤੀ ਮਿਲਾਪ ਦਾ ਮੌਕਾ ਦਿੱਤਾ ਹੈ। ਇਹ ਤਾਂ ਵਿਵਹਾਰ ਹੈ, ਇੱਥੇ ਸ਼ੁਕਰੀਏ ਦਾ ਕੀ ਮੁਕਾਮ? ਮਹਾਰਾਜ ਇਹ ਸੁਣ ਕੇ ਹੈਰਾਨ ਹੋ ਗਏ ਤੇ ਕਹਿਣ ਲੱਗੇ, ਅੱਛਾ, ਉਸ ਨੂੰ ਹਾਰ ਮੁਬਾਰਕ ਤੇ ਤੈਨੂੰ ਤੇਰਾ ਪਤੀ। ਛੋਟੀ ਰਾਣੀ ਨੂੰ ਜਦ ਇਹ ਸੁਣ ਕੇ ਆਪਣੀ ਗਲਤੀ ਦਾ ਪਤਾ ਲੱਗਾ ਤਾਂ ਉਸਨੇ ਆਪਣੇ ਸ਼ਿੰਗਾਰ ਬਦਲੇ ਪਤੀ ਮਿਲਾਪ ਵੇਚ ਦਿੱਤਾ ਤਾਂ ਉਹ ਘਬਰਾ ਉੱਠੀ। ਹਾਰ ਦੇ ਲਾਲ ਉਸ ਨੂੰ ਅੰਗਾਰਾ ਵਾਂਗ ਸੇਕ ਦੇਣ ਲੱਗ ਪਏ। ਉਸਨੇ ਇੱਕ ਇੱਕ ਦਾਣਾ ਫਰਸ਼ ਤੇ ਸੁੱਟ ਪੈਰਾਂ ਨਾਲ ਮਲ ਸੁੱਟਿਆ। ਉਸ ਦੀ ਮਾਨਸਿਕ ਅਵਸਥਾ ਦਾ ਜਿਹੜਾ ਹੈ ਉਹ ਬਹੁਤ ਹੀ ਬੁਰਾ ਹਾਲ ਹੋ ਗਿਆ। ਸੱਚਮੁੱਚ ਕਰਮਕਾਂਡ ਦੇ ਫੋਕੇ ਮੱਧ ਕਰਕੇ ਵਧੇ ਹੋਏ ਮਨ ਮਨੁੱਖ ਨੂੰ ਪਤੀ ਮਿਲਾਪ ਤੋਂ ਬਹੁਤ ਦੂਰ ਲੈ ਜਾਂਦੇ ਹਨ। ਉਹਨਾਂ ਵਿੱਚ ਫੋਕੀ ਰੋਹ ਪੈਦਾ ਹੋ ਜਾਂਦੀ ਹੈ। ਉਸ ਦੇ ਵਸ ਹੋਇਆ ਮਨੁੱਖ ਕੀਮਤੀ ਸਮਾਂ ਜਾਇਆ ਕਰ ਬਹਿੰਦਾ ਹੈ। ਕਰਮਕਾਂਡੀ ਉੱਤੇ ਸਾਧਨਾ ਦਾ ਰੰਗ ਚੜ ਜਾਂਦਾ ਹੈ, ਪਰ ਅੰਤਰ ਪ੍ਰੀਤ ਦੀ ਖੁਸ਼ਬੂ ਪੈਦਾ ਨਹੀਂ ਹੁੰਦੀ। ਇਸ ਕਰਮਕਾਂਡ ਦੇ ਫਲ ਕਰਕੇ ਪੈਦਾ ਹੋਏ ਦੇ ਅਨਸਤਰ ਜੋਬਨ ਦਾ ਕਥਨ ਕਰਦੇ ਹੋਏ ਬਾਬਾ ਫਰੀਦ ਜੀ ਨੇ ਵੀ ਫਰਮਾਇਆ ਹੈ ਸ਼ਲੋਕਾਂ ਵਿੱਚ, ਪੰਨਾ 1379 ਦੇ ਉੱਪਰ, ਜੋਬਨ ਜਾਂਦੇ ਨਾ ਡਰਾਂ, ਜੇ ਸਹਿ ਪ੍ਰੀਤ ਨਾ ਜਾਏ, ਫਰੀਦਾ ਕੀਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ। ਇਸ ਸ਼ਲੋਕ ਵਿੱਚ ਅਜੇ ਫਕੀਰ ਦਾ ਜਾਤੀ ਤਜਰਬਾ ਬੰਦ ਹੈ। ਇਸ ਸ਼ਲੋਕ ਵਿੱਚ ਫਕੀਰ ਬਾਬਾ ਫਰੀਦ ਜੀ ਦਾ ਜਾਤੀ ਤਜਰਬਾ ਜਿਹੜਾ ਹੈ ਲੁਕਿਆ ਹੋਇਆ ਹੈ, ਜਿਸ ਨੇ ਕਰਮਕਾਂਡ ਦੇ ਭਾਰੇ ਇਮਤਿਹਾਨ ਨੂੰ ਪਾਸ ਕੀਤਾ ਹੈ। ਜਪ ਤਪ ਤੇ ਵਰਤ ਵਿੱਚ ਲੱਗੇ ਨੇ ਆਪਣਾ ਤਨ ਇਤਨਾ ਸੁਕਾ ਲਿਆ ਕਿ ਉਸ ਨੂੰ ਰੰਗ ਜਾਣ, ਕਊਏ ਆਣ ਠੁੰਗਣ ਲੱਗੇ, ਪਰ ਰੱਬ ਫਿਰ ਵੀ ਨਾ ਬੋੜਿਆ। ਡਾਢੀ ਬੇਸੁਆਦੀ ਹੋਈ, ਹੁੰਦੀ ਵੀ ਕਿਉਂ ਨਾ, ਕਰਮਕਾਂਡ ਤੇ ਸੀ ਨਿਰਾ ਸ਼ਿੰਗਾਰ। ਉਸ ਦਾ ਸਵਾਦ ਤਾਂ ਮਿਲਾਪ ਨਾਲ ਆਉਣਾ ਹੀ ਸੀ ਨਾ, ਪਰ ਸਮਾਂ ਤਾਂ ਵਿਹਾ ਲਿਆ ਨਿਰਾ ਸ਼ਿੰਗਾਰ ਕਰਨ ਵਿੱਚ। ਮਿਲਾਪ ਹੋਇਆ ਨਾ, ਸਵਾਦ ਕਿੱਦਾਂ ਆਉਂਦਾ? ਜੋਬਨ ਹੀ ਬਿਰਤ ਗਿਆ। ਲਿਖਿਆ ਹੈ, ਬਹਾਰ ਦਾ ਮੌਸਮ ਸੀ, ਬਾਗਾਂ ਵਿੱਚ ਖੇੜੇ ਆ ਰਹੇ ਸਨ, ਫੁੱਲ ਆਪਣੀ ਥਾਂ ਪਰ ਜੋਬਨ ਤੇ ਆਏ, ਡਾਲੀਆਂ ਤੋਂ ਉਛਲ ਉਛਲ ਆਪਣੇ ਨਿਖਾਰ ਦਿਖਾ ਰਹੇ ਸਨ। ਜਾਂ ਮਾਲਣ ਬਾਗ ਵਿੱਚ ਪੁੱਜੀ ਤੇ ਫੁੱਲਾਂ ਨੂੰ ਕਹਿਣ ਲੱਗੀ, ਮਾਸੂਮ ਬੱਚਿਓ, ਕੁਦਰਤ ਨੇ ਤੁਹਾਨੂੰ ਜੋਬਨ ਦਿੱਤਾ ਹੈ। ਹੁਣ ਅਗਾਂਹ ਦੋ ਰਾਹ, ਇੱਕ ਤਾਂ ਇਹ ਕਿ ਮੈਂ ਤੁਹਾਨੂੰ ਤੋੜ ਲਵਾਂ ਤੇ ਤੁਹਾਡੇ ਹਾਰ ਤੇ ਜੇਵਰ ਬਣਾ ਛਾਬੀ ਵਿੱਚ ਪਾ ਬਾਜ਼ਾਰ ਵਿੱਚ ਵੇਚਾਂ, ਤੁਹਾਡੇ ਵਿੱਚੋਂ ਕੋਈ ਸੁੰਦਰੀਆਂ ਦੀ ਸੇਜ ਤੇ ਚੜੇ, ਕੋਈ ਛੈਲਾਂ ਦਾ ਸ਼ਿੰਗਾਰ ਬਣੇ ਤੇ ਕੋਈ ਠਾਕਰ ਜੀ ਦੀ ਪੂਜਾ ਵਿੱਚ ਕੰਮ ਆਵੇ। ਤੇ ਦੂਜਾ ਰਾਹ ਇਹ ਹੈ ਕਿ ਤੁਸੀਂ ਡਾਲੀ ਨਾਲ ਹੀ ਲੱਗੇ ਰਹੋ ਤੇ ਜੋਬਨ ਬਹਾਰ ਦੀ ਇੱਕ ਰਾਤ ਮਾਣ, ਸਵੇਰੇ ਧਰਤੀ ਤੇ ਡਿੱਗ ਮਿੱਟੀ ਵਿੱਚ ਮਿਲ ਜਾਓ। ਦੱਸੋ ਤੁਹਾਨੂੰ ਦੋਹਾਂ ਵਿੱਚ ਕਿਹੜਾ ਪ੍ਰਵਾਨ? ਫੁੱਲ ਇੱਕ ਜ਼ਬਾਨ ਵਿੱਚ ਹੋ ਕੇ ਬੋਲੇ, ਅਸੀਂ ਆਪਣਾ ਜੋਬਨ ਵਿਅਰਥ ਕਰਨਾ ਨਹੀਂ ਚਾਹੁੰਦੇ, ਅਸੀਂ ਆਪਣਾ ਮੁੱਲ ਪਵਾਇਆ ਲੋੜਦੇ ਹਾਂ। ਤੂੰ ਸਾਨੂੰ ਤੋੜ ਲੈ, ਬੇਸ਼ੱਕ ਸੂਈ ਨਾਲ ਵਿੰਨ ਦੇ ਸਾਡੇ ਹਾਲ ਪਰੋ, ਪਰ ਸਾਨੂੰ ਸੁੰਦਰੀਆਂ ਦੀਆਂ ਸੇਜਾਂ ਤੇ ਚਾੜ, ਛੱਲਾਂ ਦੇ ਗਲੇ ਲਾ ਤੇ ਭਗਵਾਨ ਦੀ ਮੂਰਤੀ ਤੇ ਪ੍ਰਵਾਨ ਕਰਾ ਲੈ। ਤੋ ਇਹ ਮਨ ਦੀ ਤੀਬਰਤਾ ਹੈ ਕਿ ਕਿਹੜਾ ਚੰਗੇ ਪਾਸੇ ਵੱਲ ਜਾਣਾ ਚਾਹੁੰਦਾ, ਚੰਗਾ ਕੰਮ ਕਰਨਾ ਚਾਹੁੰਦਾ, ਤੇ ਕਿਹੜਾ ਮਾੜਾ ਕੰਮ ਕਰਨ ਚਾਹੁੰਦਾ ਹੈ। ਇਹ ਤੱਕ ਬਾਬਾ ਫਰੀਦ ਜੀ ਦੇ ਸ਼ਲੋਕ ਦੀ ਗੱਲ ਹੈ। ਤਾਂ ਬਾਬਾ ਫਰੀਦ ਜੀ ਨੇ ਵੀ ਆਪਣੇ ਮਨ ਇੰਦਰੀਆਂ ਨੂੰ ਸੰਬੋਧਨ ਕੀਤਾ ਹੈ ਔਰ ਆਪਣੇ ਮਨ ਨੂੰ ਸੰਬੋਧਨ ਕਰਕੇ ਕਹਿ ਰਹੇ ਹਨ ਕਿ ਅਜੇ ਵੀ ਤੇਰੇ ਅੰਦਰੋਂ ਲਾਲਚ ਦੀ ਬਿਰਤੀ ਨਹੀਂ ਗਈ ਹੈ। ਕਿੰਨਾ ਜਿਹੜਾ ਹੈ ਉਹ ਮੈਂ ਤਪ ਵੀ ਕੀਤਾ, ਸਭ ਕੁਝ ਕੀਤਾ ਹੈ, ਤੇ ਮਨ ਨੂੰ ਸੰਬੋਧਨ ਕਰਕੇ ਹੀ ਉਹਨਾਂ ਨੇ ਇਹ ਗੱਲ ਕਹੀ ਹੈ। ਫੁੱਲਾਂ ਨੂੰ ਜਿਹੜੀ ਗੱਲ ਕੀਤੀ ਹੈ ਉਹ ਵੀ ਫੁੱਲਾਂ ਦੇ ਮਨ ਦੀ ਗੱਲ ਹੈਗੀ ਹੈ ਕਿ ਉਹ ਅਮਨ ਨਾਲ ਮਸ਼ਵਰਾ ਪੱਕ ਜਾਣ ਤੇ ਫੁੱਲਾਂ ਨੇ ਆਪਣੇ ਸਿਰ ਝੁਕਾ ਦਿੱਤੇ ਤੇ ਉਹ ਟੁੱਟ ਕੇ ਛਾਬੀ 'ਚ ਡਿੱਗਣ ਨੂੰ ਬੇਤਾਬ ਹੋ ਗਏ। ਰੇਲ ਪਈ ਹੋਈ ਸੀ ਤੇ ਤੁਪਕਿਆਂ ਦੀ ਅਰਸੀ ਵਿੱਚੋਂ ਹੁਸੈਨ ਕਲੀਆਂ ਆਪਣਾ ਜੋਬਨ ਦੇਖ ਰਹੀਆਂ ਸਨ। ਲੰਮਾ, ਸਭ ਤੋਂ ਲੰਮਾ ਕੱਦ, ਪਤਲੀ ਕਮਰ ਤੇ ਸੋਹਣਾ ਰੰਗ ਅਨਾਰ ਦੀ ਕਲੀ ਦਾ ਸੀ। ਆਪਣਾ ਹੁਸਨ ਤੱਕ ਮੱਧ ਵਿੱਚ ਭਰ ਗਈ ਤੇ ਮਨ ਵਿੱਚ ਕਹਿਣ ਲੱਗੀ, ਮੈਂ ਸਾਰੇ ਬਾਗ ਦੇ ਸੋਹਣੇ ਫੁੱਲਾਂ ਵਿੱਚੋਂ ਹਾਂ, ਸੁੰਦਰ ਹਾਂ, ਟੁੱਟਣ ਲਈ ਉਤਾਵਲੀ ਕਿਉਂ ਹੋਵਾਂ? ਮੈਨੂੰ ਮਾਲਕ ਮਾਈ ਆਪ
ਆ ਲੱਭੇਗੀ। ਇਹ ਸੋਚ ਪੱਤੀਆਂ ਪਿੱਛੇ ਲੁਕ ਖੜੋਤੀ। ਸਮਾਂ ਲੰਘਦਾ ਗਿਆ ਤੇ ਬਹਾਰ ਬੀਤਦੀ ਗਈ। ਓੜਕ ਇੱਕ ਦਿਨ ਮਾਲਣ ਨੇ ਐਲਾਨ ਕਰ ਦਿੱਤਾ ਕਿ ਹੁਣ ਪੱਤੀਆਂ ਵੀ ਸੋਕਾ ਆ ਜਾਣ ਕਰਕੇ ਫੁੱਲਾਂ ਦਾ ਮੁੱਲ ਨਹੀਂ ਪੈਂਦਾ, ਇਸ ਕਰਕੇ ਇਹ ਰਸਮ ਬੰਦ ਕੀਤੀ ਜਾਂਦੀ ਹੈ। ਮਾਲਣ ਦੀ ਆਵਾਜ਼ ਕੰਨੀ ਪੈਂਦਿਆਂ ਹੀ ਅਨਾਰ ਦੀ ਕਲੀ ਘਬਰਾ ਉੱਠੀ। ਇਹ ਕੀ ਬਣਿਆ? ਉਸਨੇ ਮਨ ਵਿੱਚ ਕਿਹਾ, ਸ਼ਾਇਦ ਮਾਲਣ ਵਡੇਰੀ ਉਮਰ ਦੀ ਹੋਣ ਕਰਕੇ ਬੁੱਢੜੀ ਹੋ ਚੁੱਕੀ ਹੈ, ਇਸ ਕਰਕੇ ਉਸਨੂੰ ਬਾਗ ਵਿੱਚ ਸਭ ਤੋਂ ਵਧੀਆ ਸੁੰਦਰ ਕਲੀ ਦਾ ਖਿਆਲ ਹੀ ਨਹੀਂ ਆਇਆ। ਉਸਨੇ ਪੱਤਿਆਂ ਚੋਂ ਆਪਣੀ ਗੁਲਨਾਰੀ ਮੂੰਹ ਬਾਹਰ ਕੱਢਦਿਆਂ ਹੋਇਆ ਕਿਹਾ, ਮਾਲਣ ਮਾਈ, ਤੂੰ ਅਜੇ ਮੈਨੂੰ ਨਹੀਂ ਤੋੜਿਆ। ਕੀ ਤੈਨੂੰ ਪਤਾ ਨਹੀਂ ਕਿ ਮੈਂ ਬਾਗ ਦੀਆਂ ਸਾਰੀਆਂ ਕਲੀਆਂ ਤੋਂ ਸ਼੍ਰੋਮਣੀ ਸੁੰਦਰ ਹਾਂ? ਮਾਲਣ ਬੋਲੀ, ਮੈਨੂੰ ਪਤਾ ਹੈ, ਮੈਂ ਤੈਨੂੰ ਜਾਣ ਕੇ ਹੀ ਨਹੀਂ ਤੋੜਿਆ। ਅਨਾਰਕਲੀ ਨੇ ਪੁੱਛਿਆ, ਕਾਰਨ? ਤਾਂ ਮਾਲਣ ਨੇ ਕਿਹਾ, ਤੇਰੇ ਕੋਲ ਨਿਰਾ ਜੋਬਨ ਹੈ, ਖੁਸ਼ਬੂ ਨਹੀਂ। ਤੇ ਸੁਗੰਧੀ ਬਿਨਾ ਹੁਸਨ ਦੀ ਕੀ ਕੀਮਤ ਹੈ? ਕਲੀ ਫਿਰ ਬੋਲੀ, ਫਿਰ ਮੇਰੀ ਸੁੰਦਰਤਾ ਦਾ ਅੰਤ? ਮਾਲਣ ਨੇ ਕਿਹਾ, ਮਿੱਟੀ ਵਿੱਚ ਮਿਲ ਜਾਣਾ। ਪਰਮਾਰਥ ਦੇ ਚਮਨ ਵਿੱਚ ਵੀ ਕਰਮਕਾਂਡੀ ਅਨਾਰ ਦੀਆਂ ਕਲੀਆਂ ਧਰਮ ਤੇ ਨੇਕੀ ਦੀ ਸੁਗੰਧ ਤੋਂ ਮਹਿਰੂਮ ਹੋਣ ਕਰਕੇ ਪ੍ਰਭੂ ਮਿਲਾਪ ਦੇ ਮੁੱਲ ਨਹੀਂ ਵਿਕਦੀਆਂ। ਉਹ ਉੱਪਰੋਂ ਚਮਕਦੀਆਂ ਹਨ ਪਰ ਅੰਦਰੋਂ ਥੋਥੀਆਂ ਹਨ। ਇਹਨਾਂ ਅੰਦਰੋਂ ਥੋਥੀਆਂ ਚਮਕੀਲੀਆਂ ਸੁਰਤਾਂ ਵੱਲ ਤੱਕ ਕੇ ਹੀ ਜਿਹੜੀ ਹੈ ਉਹ ਇਹ ਧਰਮ ਵਾਲੇ ਪਾਸੇ ਜੋ ਮੁੜਨ ਵਾਲਾ ਜਿਹੜਾ ਰਸਤਾ ਹੈ ਕਰਮਕਾਂਡ ਦਾ, ਉਹਦੀ ਸਮਝ ਆਉਂਦੀ ਹੈ। ਗਲਮਾਲਾ ਤਿਲਕ ਲਲਾਟਮ ਦੋਇ ਧੋਤੀ ਬਸਤਰ ਕਪਾਟਮ। ਆਸਾ ਦੀ ਵਾਰ ਵਿੱਚ ਪਹਿਲੇ ਪਾਤਸ਼ਾਹ ਨੇ 470 ਅੰਕ ਦੇ ਉੱਪਰ ਇਸ ਗੱਲ ਨੂੰ ਸਮਝਾਇਆ ਹੈ ਕਿ ਇਹਨਾਂ ਭਿਖਾਰੀਆਂ ਨੂੰ ਤੱਕ ਭੁੱਲੀ ਹੋਈ ਦੁਨੀਆ ਦੇ ਦਿਲ ਦੀ ਹਾਲਤ ਸਾਹਿਬ ਇਉਂ ਬਿਆਨ ਕਰਦੇ ਹਨ। ਵਾਰ ਵਡੰਸ ਮਹਲਾ ਚੌਥਾ, ਸ਼ਲੋਕ ਮਹਲਾ ਤੀਜਾ, ਪੰਨਾ 400 585। ਮੈਂ ਜਾਣਿਆ ਵਡਾਂਸ ਹੈ ਤਾਂ ਮੈਂ ਕੀਆ ਸੰਗ, ਜੇ ਜਾਣਾ ਬਗ ਬਪੜਾ ਤਾਂ ਜਨਮ ਨਾ ਦੇਂਦੀ ਅੰਗ। ਇਸ ਭੋਲੇ ਪਾਂਦੇ ਹੱਥੋਂ ਠੋਕਰ ਖਾ ਪਛਤਾ ਰਹੇ ਭਗਤ ਨੂੰ ਸਾਹਿਬ ਇਉਂ ਸੁਚੇਤ ਕਰਦੇ ਹਨ। ਸੂਈ ਮੱਲਾ ਪਹਿਲਾ, ਪੰਨਾ 729। ਬੱਗਾ ਬੱਗੇ ਕੱਪੜੇ ਤੀਰਤ ਮੰਝ ਵਸਨ, ਕੁੜਕੁੜ ਜੀਆਂ ਖਾਵਣੇ ਬੱਗੇ ਨਾ ਕਹੀਨ। ਦੂਜੇ ਬੰਨੇ ਨਿਮਾਜੀ ਲਿਬਾਸਾਂ ਤੇ ਸ਼ਰਈ ਕਰਮਕਾਂਡ ਦੀ ਓਟ ਵਿੱਚ ਮਾਸੂਮ ਦੁਨੀਆ ਨੂੰ ਮੋਹ ਖਾਣ ਵਾਲਿਆਂ ਵੱਲ ਤੱਕ ਕੇ ਹਜੂਰ ਨੇ ਫਰਮਾਇਆ, ਆਸਾ ਦੀ ਵਾਰ ਪੰਨਾ 471, ਮਾਨਸ ਖਾਣੇ ਕਰੇ ਨਵਾਜ, ਛੁਰੀ ਵਗਾਇਣ ਤਿਨ ਕਲ ਤਾਗ। ਉਹਨਾਂ ਵੀ ਆਵੇ ਉਹੀ ਸਵਾਦ, ਕੂੜਾ ਰਾਸ ਕੂੜਾ ਵਪਾਰ, ਕੂੜ ਬੋਲ ਕਰੇ ਆਹਾਰ। ਸ਼ਰਮ ਧਰਮ ਕਾ ਦੇਰਾ ਦੂਰ, ਨਾਨਕ ਕੂੜ ਰਿਹਾ ਭਰਪੂਰ। ਕਿ ਇਹ ਕੂੜ ਹੀ ਸਾਰੇ ਪਾਸੇ ਭਰਪੂਰ ਹੈ। ਇਹਨਾਂ ਸ਼ਰਈ ਲਿਬਾਸ ਪਹਿਨ ਕਰਮਕਾਂਡ ਦੇ ਮੱਧ-ਮਤੇ ਅਭਿਮਾਨੀ ਮੌਲਾਣਿਆਂ ਨੂੰ ਤੱਕ ਸੰਤਾਂ ਨੇ ਕਈ ਥਾਈਂ ਆਪਣੇ ਵਿਚਾਰਾਂ ਪ੍ਰਗਟ ਕੀਤੀਆਂ ਹਨ। ਈਰਾਨ ਦੇ ਮਸ਼ਹੂਰ ਫਿਲਾਸਫਰ ਸ਼ਾਇਰ ਉਮਰ ਖਿਆਮ ਸ਼ਰ੍ਹਾ ਦੇ ਆਧਾਰ ਉੱਤੇ ਲੋਕਾਂ ਦੇ ਫਤਵੇ ਲਾਉਣ ਵਾਲੇ ਮੁਫਤੀ ਨੂੰ ਮੁਖਾਤਬ ਕਰਕੇ ਕਹਿੰਦੇ ਹਨ ਕਿ ਅਸੀਂ ਭਾਵੇਂ ਬਦਮਸਤ ਹਾਂ ਪਰ ਫਿਰ ਵੀ ਤੇਰੇ ਨਾਲੋਂ ਸਿਆਣੇ ਹਾਂ। ਕਿਉਂਕਿ ਉਹ ਕਿਵੇਂ? ਹੈ ਮੁਫਤੀ, ਸ਼ਹਿਰ ਦੇ ਮੁਫਤੀ, ਅਸੀਂ ਨਸ਼ੇ ਵਿੱਚ ਮਸਤ ਹੋਣ ਦੇ ਬਾਵਜੂਦ ਵੀ ਤੇਰੇ ਨਾਲੋਂ ਹੁਸ਼ਿਆਰ ਹਾਂ। ਅਸੀਂ ਅੰਗੂਰ ਦਾ ਖੂਨ ਪੀਂਦੇ ਹਾਂ ਤੇ ਤੂੰ ਕਿਸਾਨਾਂ ਦਾ। ਆਪ ਹੀ ਇਨਸਾਫ ਕਰਕੇ ਕਰ ਖਾ ਕੇ ਦੋਹਾਂ ਵਿੱਚ ਵੱਡਾ ਖੂੰਖਾਰ ਕੌਣ ਹੈ? ਏਕ ਦੀ ਪੂਜਾ ਕਰਵਾ। ਕਰਮਕਾਂਡ ਦੇ ਪੁਜਾਰੀਆਂ ਤੋਂ ਗੱਫੇ ਲੈਣ ਵਾਲੀ ਜਮਾਤ ਜ਼ਿਆਦਾ ਕਰਕੇ ਗਰੀਬਾਂ ਦਾ ਹੀ ਖੂਨ ਚੂਸਦੀ ਹੈ, ਕਿਉਂਕਿ ਉਹ ਅਨਪੜ੍ਹ ਹੋਣ ਕਰਕੇ ਭੋਲੇ ਹੁੰਦੇ ਹਨ ਤੇ ਇਹਨਾਂ ਦੇ ਜਾਲ ਵਿੱਚ ਫਸ ਜਾਂਦੇ ਹਨ। ਕਿਸਾਨਾਂ ਦੇ ਪੁੱਤਰ ਸਿਪਾਹੀ ਤੇ ਸਿਪਾਹੀਆਂ ਦੇ ਬਲ ਕਰਕੇ ਹਕੂਮਤ ਕਾਇਮ ਕਰਨ ਵਾਲੇ ਰਾਜੇ ਮਹਾਰਾਜੇ ਮੌਜਾਂ ਕਰਦੇ ਹਨ ਤੇ ਇਹੀ ਵਜ੍ਹਾ ਹੈ ਕਿ ਕਰਮਕਾਂਡੀ ਮਜਬੀ ਮੁਜ਼ਾਹਰਾ ਨੂੰ ਹਮੇਸ਼ਾ ਖੁਸ਼ ਰੱਖਣ ਦਾ ਯਤਨ ਕਰਦੇ ਹਨ। ਇਸ ਕਰਕੇ ਕਰਮਕਾਂਡੀ ਆਪਣੇ ਵਿਰੁੱਧ ਉਠਾਈਆਂ ਗਈਆਂ ਸੱਚਾਈਆਂ ਦੀਆਂ ਆਵਾਜ਼ਾਂ ਨੂੰ ਦਬਾ ਦਿੰਦੇ ਹਨ। ਪਰ ਆਵਾਜ਼ ਭਾਵੇਂ ਦਬ ਜਾਵੇ, ਸੱਚ ਦੀ ਸਪਿਰਟ ਕਦੇ ਨਹੀਂ ਦਬਦੀ। ਸਗੋਂ ਇਹਨਾਂ ਧੱਕੇ ਜੋਰੀਆਂ ਕਰਕੇ ਹੀ ਕਰਮਕਾਂਡੀ ਜਮਾਤ ਆਪਣੇ ਆਪ ਨੂੰ ਸਤਵਾਦੀਆਂ ਦੀਆਂ ਨਿਗਾਹ ਵਿੱਚ ਗਿਰਾ ਬੈਠਦੀ ਹੈ। ਇਹੀ ਕਾਰਨ ਹੈ ਕਿ ਸਤਵਾਦੀ ਕਈ ਵਾਰੀ ਜ਼ਿੰਦਗੀ ਦੀਆਂ ਮੂਲ ਬੁਰਾਈਆਂ ਨੂੰ ਇਹਨਾਂ ਦੇ ਕਰਮਕਾਂਡ ਦੀ ਠੱਗੀ ਨਾਲੋਂ ਚੰਗਾ ਕਰਾਰ ਦਿੰਦੇ ਹਨ। ਸੰਤ ਕਹਿੰਦੇ ਹਨ ਕਿ ਕਰਮਕਾਂਡੀਆਂ ਤੋਂ ਥੱਕ ਗਿਆ ਹੈ ਤਾਂ ਫੈਸਲਾ ਕਰ ਲੈ ਕਿ ਮੈਂ ਕਿਸੇ ਵੀ ਮਤ ਵਿੱਚ ਨਾ ਰਵਾਂ।
चुनाचे ना मैं यहूदी हाँ, ना पारसी, ना मुसलमान। मेरिया तमाम नाड़ियां तारा हाँ, मैनू जंजू पाउण दी लोड़ नहीं। पर मैं इश्क दा काफिर हाँ, मुसलमानी दा भी लोड़वंद नहीं। इस तरह पंजाब दे मशहूर संत बुल्ले शाह जी ने फरमाया है, ना मैं मोमन विच मसीता, ना मैं जाना कुफर दियां रीतां। पर इस तो भी उचेरी गल जो भगत कबीर जी ने भैरो राग दे विच पन्ना 1159 ਦੇ ਉੱਪਰ ਲਿਖੀ ਹੈ कि हमरा झगड़ा रहा न को, पंडित मुल्ला छाड़े दो। पंडित मुल्ला जो लिख दिया, छाड़ चले हम कछु न लिया। सारे ही फकीर एक जबान होके इस मार्ग ਦਾ ਖੰਡਨ ਕਿਉਂ ਕਰਦੇ ਹਨ? ਇਸ ਦਾ ਕਾਰਨ ਇੱਕੋ ਹੀ ਹੈ ਕਿ ਕਰਮ ਕਾਂਡੀ ਕਰਮ ਤੋਂ ਧਰਮ ਪੈਦਾ ਹੋਣ ਦੀ ਵਿਅਰਥ ਰੱਟ ਲਗਾਈ ਜਾਂਦਾ ਹੈ। ਉਹ ਚਾਰ ਭੋਲੇ ਇਨਸਾਨਾਂ ਨੂੰ ਮਗਰ ਲਾ ਕੇ ਆਕੜ ਬਹਿੰਦਾ ਹੈ। ਵਿਵੇਕ ਬੁੱਧਹੀਨ ਹੋਣ ਕਰਕੇ ਅਗਾਹਾਂ ਦੀ ਵਿਚਾਰ ਤਾਂ ਕੁਝ ਕਰਦਾ ਨਹੀਂ, ਪੁਰਾਣੇ ਹੀ ਪੂਰਨਿਆਂ ਤੇ ਤੁਰੀ ਜਾਂਦਾ ਹੈ। ਉਹ ਥੋਥਾ ਅਭਿਮਾਨ ਵੇਖ ਕੇ ਹੀ ਕਬੀਰ ਜੀ ਉਸ ਨੂੰ ਚੈਲੰਜ ਕਰਦੇ ਹਨ, ਬ੍ਰਾਹਮਣ ਨੂੰ। ਰਾਗ ਆਸਾ ਭਗਤ ਕਬੀਰ ਜੀ ਪੰਨਾ 482। ਹਮ ਕਰ ਸੂਦ ਤਨੇ ਨਿਤਾਨਾ, ਕੰਠ ਜਨੇਊ ਤੁਮਾਰੇ। ਕਿ ਬ੍ਰਾਹਮਣ ਜੀ, ਜਿਹੜੇ ਤੁਸੀਂ ਗਲ ਦੇ ਵਿੱਚ ਜਨੇਊ ਪਾਇਆ ਹੈ, ਉਹਦਾ ਤਾਣਾ ਤੇ ਅਸੀਂ ਆਪਣੀ ਖੱਟੀ ਦੇ ਘਰ ਵਿੱਚ ਉਹਨੂੰ ਬੁੰਦੇ ਹਾਂ, ਤਾਣਾ ਪੇਟੇ ਦੇ ਰਾਹੀਂ। ਤੁਮ ਤੋਂ ਵੇਦ ਪੜੋ ਗਾਇਤਰੀ, ਗੋਬਿੰਦ ਹਿਰਦੇ ਹਮਾਰੇ। ਤੇ ਤੁਸੀਂ ਤੇ ਵੇਦ ਤੇ ਗਾਇਤਰੀ ਦੇ ਪਾਠ ਤੇ ਲੱਗੇ ਹੋਏ ਹੋ, ਲੇਕਿਨ ਗੋਬਿੰਦ ਤੇ ਸਾਡੇ ਹਿਰਦੇ ਵਿੱਚ ਵਸਦਾ ਹੈ। ਤੂੰ ਬਾਹਮਣ, ਮੈਂ ਕਾਂਸੀ ਕਾ ਜੁਲਹਾ। ਕਿ ਤੂੰ ਤੇ ਬ੍ਰਾਹਮਣ ਹੈ ਤੇ ਮੈਂ ਕਾਂਸੀ ਦਾ ਰਹਿਣ ਵਾਲਾ ਜੁਲਾਹਾ ਹਾਂ। ਬੂਝੋ ਮੋਰ ਗਿਆਨਾ, ਮੇਰੇ ਗਿਆਨ ਨੂੰ ਬੁੱਝ। ਤੁਮ ਤੋਂ ਜਾਚੇ ਭੂਪਤ ਰਾਜੇ। ਕਿ ਤੁਸੀਂ ਤੇ ਰਾਜਿਆਂ ਦੇ ਘਰ ਜਾ ਕਰਕੇ ਉਹਨਾਂ ਦੇ ਜਿਹੜੇ ਧਰਮ ਕਰਮ ਕਰਦੇ ਹੋ, ਕਰਮ ਕਾਂਡ ਕਰਦੇ ਹੋ ਉਹਨਾਂ ਨੂੰ, ਪਰ ਹਰਸ਼ਿਓ ਮੋਰ ਧਿਆਨਾ, ਮੇਰਾ ਤੇ ਧਿਆਨ ਜਿਹੜਾ ਹੈ ਉਹ ਹਰੀ ਦੇ ਨਾਲ ਹੈ। ਤੋ ਇਸ ਤਰ੍ਹਾਂ ਕਬੀਰ ਸਾਹਿਬ ਨੇ ਇਹ ਗੱਲ ਸਮਝਾਈ ਕਿ ਇਸ ਮਹਾਵਾਕ ਤੋਂ ਬਿਨਾ ਹੋਰ ਵੀ ਬੇਅੰਤ ਪ੍ਰਮਾਣ ਗੁਰਬਾਣੀ ਦੇ ਸੰਤ ਬਾਣੀ ਵਿੱਚ ਇਸ ਪ੍ਰਥਾਏ ਮਿਲਦੇ ਹਨ। ਗੁਰੂ ਬਾਬਾ ਜੀ ਨੇ ਆਪਣੀ ਪਾਵਨ ਮਰਿਆਦਾ ਅਨੁਸਾਰ ਕੇਵਲ ਬਾਣੀ ਵਿੱਚ ਹੋ ਕੇ ਕਰਮਕਾਂਡ ਦਾ ਖੰਡਨ ਹੀ ਨਹੀਂ ਕੀਤਾ, ਸਗੋਂ ਆਪਣੇ ਕੌਤਕਾਂ ਨਾਲ ਵੀ ਉਸਦੀ ਅਸਲੀਅਤ ਜਨਤਾ ਦੇ ਸਾਹਮਣੇ ਰੱਖੀ। ਕਿਤਨੀ ਸੁੰਦਰ ਕਥਾ ਹੈ ਸੁਲਤਾਨਪੁਰ ਦੀ। ਜਦੋਂ ਆਪ ਦੌਲਤ ਖਾਂ ਨਵਾਬ ਦੇ ਮੋਦੀ ਖਾਨਾ ਛੱਡ ਕਰਤਾਰ ਦੇ ਮੋਦੀ ਬਣੇ ਤੇ ਜਗਤ ਨੂੰ ਜੀਵਨ ਪ੍ਰਦਾਨ ਕਰਨ ਲੱਗੇ, ਤਾਂ ਆਪਨੇ ਪਹਿਲੀ ਸੱਦ ਦਿੱਤੀ, ਪਹਿਲੀ ਆਵਾਜ਼ ਦਿੱਤੀ, ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ। ਹਿੰਦੂ ਦੇ ਸੁਣ ਕੇ ਚੁੱਪ ਕਰ ਰਿਹਾ, ਪਰ ਮੁਸਲਮਾਨ ਕਿੱਥੇ ਜਰਦਾ ਇਸ ਨੂੰ। ਮੌਲਾਨਾ ਦੇ ਹੱਥ ਵਿੱਚ ਰਾਜ ਸ਼ਕਤੀ ਸੀ, ਵਿਗੜ ਗਿਆ ਤੇ ਸਤਿਗੁਰਾਂ ਨੂੰ ਕਹਿਣ ਲੱਗਾ, ਜੇ ਤੁਹਾਡੇ ਮਨ ਵਿੱਚ ਖੁਦਾ ਦੀ ਅਤਾਇਤ ਹੈ, ਜੇ ਤੁਹਾਡੇ ਮਨ ਵਿੱਚ ਖੁਦਾ ਲਈ ਇੱਜ਼ਤ ਹੈ, ਤਾਂ ਨਮਾਜ਼ ਕਿਉਂ ਨਹੀਂ ਪੜ੍ਹਦੇ? ਗੁਰੂ ਨਾਨਕ ਪਾਤਸ਼ਾਹ ਨੇ ਕਿਹਾ, ਜ਼ਰੂਰ ਪੜਾਂਗੇ। ਜਦੋਂ ਜੁਮੇ ਦਾ ਦਿਨ ਆਇਆ ਤਾਂ ਆਪ ਜਾਮਾ ਮਸਜਿਦ ਵਿੱਚ, ਜਿੱਥੇ ਨਵਾਬ ਵੀ ਜੁਮੇ ਦੀ ਨਮਾਜ਼ ਅਦਾ ਕਰਨ ਆਇਆ ਹੋਇਆ ਸੀ, ਨਮਾਜ਼ੀਆਂ ਦੀ ਕਤਾਰ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਵੀ ਜਾ ਖੜੋਤੇ। ਪਰ ਜਦੋਂ ਲੋਕਾਂ ਸਜਦਾ ਕੀਤਾ, ਨਮਸਕਾਰ ਕੀਤਾ, ਤਾਂ ਆਪ ਉਸੇ ਤਰ੍ਹਾਂ ਹੀ ਖੜੇ ਰਹੇ। ਆਪ ਨੀਵੇਂ ਨਹੀਂ ਥੱਲੇ, ਮੱਥਾ ਨਹੀਂ ਟੇਕਿਆ ਆਪਨੇ। ਨਮਾਜ਼ ਤੋਂ ਵਿਹਲੇ ਹੋ ਗੁੱਸੇ ਭਰੇ ਕਰਮਕਾਂਡੀ ਮੁੱਲਾ ਨੇ ਕਿਹਾ, ਨਾਨਕ, ਜੇ ਸਜਦੇ ਤੋਂ ਇਨਕਾਰ ਸੀ ਤਾਂ ਨਮਾਜ਼ ਵਿੱਚ ਕਿਉਂ ਸ਼ਾਮਲ ਹੋਣਾ ਸੀ? ਪਰ ਜੇ ਤੂੰ ਸਜਦਾ ਕਰਨਾ ਹੀ ਨਹੀਂ ਸੀ ਤਾਂ ਫਿਰ ਤੂੰ ਸ਼ਾਮਲ ਕਿਉਂ ਹੋਇਆ? ਸਤਿਗੁਰਾਂ ਨੇ ਬੜੇ ਹੀ ਪਿਆਰ ਦੇ ਨਾਲ, ਮਿਠਾਸ ਨਾਲ ਸਮਝਾਇਆ, ਸਜਦੇ ਤੋਂ ਕਦੀ ਇਨਕਾਰ ਨਹੀਂ। ਹਮੇਸ਼ਾ ਮੈਂ ਪਰਮਾਤਮਾ ਦੇ ਜਿਹੜਾ ਹੈ ਉਹ ਹੁਕਮ ਵਿੱਚ ਰਹਿਣਾ ਹਾਂ, ਉਹਦੇ ਅੱਗੇ ਮੈਂ ਝੁਕਿਆ ਰਹਿਣਾ ਹਾਂ। ਪਰ ਇੱਥੇ ਕੀ ਕਰਦਾ? ਇਮਾਮ ਕੋਈ ਨਹੀਂ ਸੀ ਜਿਸ ਦੇ ਮਗਰ ਲੱਗ ਸਜਦਾ ਕੀਤਾ ਜਾਂਦਾ। ਉਹਨਾਂ ਕਿਹਾ ਵੀ ਜਿਹੜਾ ਵੀ ਨਮਾਜ਼ ਪੜ੍ਹਾ ਰਿਹਾ ਸੀ, ਉਹ ਤੇ ਕੋਈ ਹੈ ਹੀ ਨਹੀਂ ਸੀ ਕਿ ਜਿਹੜਾ ਸਜਦਾ ਕਰ ਰਿਹਾ ਹੋਵੇ। ਇਹ ਸੁਣਦਿਆਂ ਹੀ ਇਮਾਮ ਨੇ ਕਿਹਾ, ਨਾਨਕ, ਤੂੰ ਮੈਨੂੰ ਨਹੀਂ ਵੇਖਿਆ? ਮੈਂ ਜਮਾਇਤ ਦੇ ਮੋਹਰੇ ਮਹਿਰਾਬ ਤੇ ਕੋਲ ਖੜੋਤਾ ਸਾਂ। ਸਾਹਿਬ ਬੋਲੇ, ਹਾਂ ਦੇਖਿਆ ਸੀ, ਪਰ ਮੈਂ ਤੁਹਾਡੇ ਬੁੱਤ ਦਾ ਪੁਜਾਰੀ ਨਹੀਂ ਹਾਂ। ਜੇ ਤੁਹਾਡੇ ਦਿਲ ਉੱਥੇ ਹਾਜ਼ਰ ਸੀ ਤਾਂ ਦੱਸ ਦਿਓ। ਇਮਾਮ ਤੇ ਸਤਿਗੁਰਾਂ ਦੇ ਦਰਸ਼ਨ ਦਾ ਅਜਿਹਾ ਪ੍ਰਭਾਵ ਪਿਆ ਕਿ ਉਹ ਸੱਚਮੁੱਚ ਮੰਨ ਗਿਆ ਤੇ ਕਹਿਣ ਲੱਗਾ, ਦਿਲ ਤਾਂ ਸੱਚਮੁੱਚ ਗੈਰ ਹਾਜ਼ਰ ਸੀ। ਉਹ ਘਰ ਵਿੱਚ ਸਜਰੇ ਜੰਮੇ ਵਿਛੇਰੇ ਨੂੰ ਵਿਹੜੇ ਵਾਲੇ ਖੂਹ ਚੋਂ ਡਿੱਗਣ ਤੋਂ ਬਚਾ ਰਿਹਾ ਸੀ। ਇਸ ਤਰ੍ਹਾਂ ਜਦ ਜਗਤ ਗੁਰੂ ਜਗਤ ਉਧਾਰ ਕਰਦੇ ਹੋਏ
ਜਗਨਨਾਥਪੁਰੀ ਪੁੱਜੇ ਤਾਂ ਸਮੁੰਦਰ ਦੇ ਕਿਨਾਰੇ ਰੱਬੀ ਰਬਾਬ ਛਿੜਿਆ ਤੇ ਕੀਰਤਨ ਹੋਇਆ। ਲੋਕ ਆਣ ਜੁੜੇ ਤੇ ਜਜਮਾਨ ਹੱਥੋਂ ਨਿਕਲਦੇ ਵੇਖ ਦੁਕਾਨਦਾਰ ਪ੍ਰੋਧ ਘਬਰਾ ਉੱਠਿਆ ਤੇ ਕਹਿਣਾ ਆਪਣੇ ਕਰਮਕਾਂਡ ਦੀ ਮਹੱਤਤਾ ਜਤਾਉਣ ਲਈ ਬਾਬਾ ਜੀ ਨੂੰ ਆ ਕੇ ਕਹਿਣ ਲੱਗਾ ਕਿ ਤੁਸੀਂ ਠਾਕਰਾਂ ਦੀ ਆਰਤੀ ਨਹੀਂ ਉਤਾਰਦੇ। ਸਤਿਗੁਰੂ ਨੇ ਕਿਹਾ ਸਦਾ ਉਤਾਰਦੇ ਹਾਂ, ਠਾਕੁਰ ਦੀ ਆਰਤੀ ਤੋਂ ਬਿਨ ਜੀਵਨ ਹੀ ਕੀ ਹੈ। ਪੁਜਾਰੀ ਹੈਰਾਨ ਹੋ ਕੇ ਕਹਿਣ ਲੱਗਾ ਤੁਹਾਡੇ ਕੋਲ ਸਮੱਗਰੀ ਤਾਂ ਜਾਪਦੀ ਨਹੀਂ, ਆਰਤੀ ਕਿਸ ਤਰ੍ਹਾਂ ਕਰਦੇ ਹੋ। ਸਾਹਿਬਾ ਪੁੱਛਿਆ ਕਿਹੜੀ ਚੀਜ਼ ਘੱਟ ਹੈ। ਬ੍ਰਾਹਮਣ ਨੇ ਕਿਹਾ ਥਾਲ ਕਿੱਥੇ ਹੈ। ਹਜੂਰ ਨੇ ਫਰਮਾਇਆ ਇਹ ਗਗਨ ਰੂਪੀ ਮੇਰਾ ਥਾਲ ਹੈ। ਬ੍ਰਾਹਮਣ ਨੇ ਕਿਹਾ ਦੀਵੇ, ਤਾਂ ਉੱਤਰ ਮਿਲਿਆ ਸੂਰਜ, ਚੰਦ, ਪਵਨ ਦਾ ਚੌਰ ਅਤੇ ਬਨਸਪਤੀ ਭੇਟਾ ਦੇ ਫੁੱਲ ਹਨ। ਬ੍ਰਾਹਮਣ ਕਹਿਣ ਲੱਗਾ ਕਿ ਤੁਹਾਡੀ ਸਮੱਗਰੀ ਤਾਂ ਬਹੁਤ ਵੱਡੀ ਹੈ। ਹਜੂਰ ਨੇ ਫਰਮਾਇਆ ਕਿ ਸਾਡਾ ਠਾਕਰ ਵੀ ਤਾਂ ਬਹੁਤ ਵੱਡਾ ਹੈ। ਵਿਰੋਧ ਕਹਿਣ ਲੱਗਾ ਕਿ ਆਰਤੀ ਕਿਹੜੇ ਸ਼ਾਸਤਰ ਅਨੁਸਾਰ ਹੈ। ਤਾਂ ਹਜੂਰ ਨੇ ਫਰਮਾਇਆ ਕਿ ਸ਼ਾਸਤਰਾਂ ਤੋਂ ਤਾਂ ਹੈ ਕਿਉਂ ਜੋ ਇਹ ਜਿਸ ਠਾਕਰ ਦੀ ਆਰਤੀ ਹੈ ਉਹ वेद कतेब संसार हवा हूं बाहरा, कि जड़ा मेरा ठाकुर है वो वेदा कतेबा और संसार दे जड़ी है पूजा दी परपाटी तो उत्ते है। नानक का पातशाह जिससे जहारा, जड़ा मेरा पातशाह उसके सामने नजर आ रहा है। ब्राह्मण को समझ आ गई ते देखण वाली जनता भी जान गई कि रस्मी कर्म कांड फोके रिवाज हैं, इन्हां विचों जीवन रस नहीं मिल सकता। मिले भी किदां, सुके हुए बूटियां दे फलां विच कदी रस नहीं आया। बैठिया हुई वेलों के खरबूजे कदी मिठे नहीं हुए। जिथे भी कर्म तो धर्म समझाया जाएगा जीवन प्राप्ति नहीं होएगी, और जिथे धर्म के आसरे कर्म किया जाएगा जीवन बनेगा। यही कारण है कि सतगुरु ने जीवन युक्ति दसदिया फरमाया कि सर्व धर्म में श्रेष्ठ धर्म हर को नाम जप निर्मल कर्म गौड़ी सुखनी सुखमणी महला पंजवा। ਇਹ ਸਾਰਿਆਂ ਧਰਮਾਂ ਵਿੱਚੋਂ ਸ੍ਰੇਸ਼ਟ ਧਰਮ ਕਿ ਹਰੀ ਦਾ ਨਾਮ ਜਪਿਆ ਜਾਏ, ਕਿਉਂ ਜੋ ਉਸ ਜਪ ਦੀ ਰੋਸ਼ਨੀ ਵਿੱਚ ਕੀਤੇ ਕਰਮ ਨਿਰਮਲ ਹੋਣਗੇ। ਕਰਮ ਧਰਮ ਦੇ ਬਲ ਨਾਲ ਨਿਰਮਲ ਹੁੰਦੇ ਹਨ। ਇਸੇ ਪਵਿੱਤਰ ਜੀਵਨ ਜੁਗਤ ਨੂੰ ਸਮਝ ਕੇ ਸਿੱਖਾਂ ਨੇ ਆਪਣਾ ਜੀਵਨ ਪ੍ਰਭੂ ਦੇ ਆਸਰੇ ਕੀਤਾ। ਉਹਨਾਂ ਵਿੱਚ ਨਾ ਆਚਾਰਜ ਪੰਕਤੀ ਕਾਇਮ ਕੀਤੀ ਗਈ, ਨਾ ਸ਼ਰ੍ਹਾ ਘੜੀ ਗਈ ਤੇ ਨਾ ਫਤਵੇ ਦੀਆਂ ਕਿਤਾਬਾਂ ਲਿਖੀਆਂ ਗਈਆਂ। ਰੋਜ਼ਾਨਾ ਜੀਵਨ ਦੇ ਆਸਰੇ ਦੇ ਸਧਾਰਨ ਨਿਯਮ ਬਣਾ ਲਏ ਗਏ, ਜਿਸ ਵਿੱਚ ਜਦੋਂ ਚਾਹਿਆ ਲੋੜ ਅਨੁਸਾਰ ਵਾਧਾ ਘਾਟਾ ਕਰ ਲਿਆ। ਆਲਮਾਂ ਦੀਆਂ ਜਮਾਤਾਂ ਤੋਂ ਮੁਫਤੀਆਂ ਦੀਆਂ ਸ਼੍ਰੇਣੀਆਂ ਕਾਇਮ ਨਹੀਂ ਹੋਈਆਂ। ਇਹੀ ਵਜ੍ਹਾ ਸੀ ਕਿ ਗੁਰੂ ਬਾਬੇ ਦਾ ਰਬਾਬ ਵਜਾਉਂਦਿਆਂ ਹੀ ਮਤਾਂਤਰਾਂ ਦੇ ਮਜ਼ਹਬੀ ਕੈਦੀ ਰਸਮਾਂ ਦੀਆਂ ਜੰਜੀਰਾਂ ਤੁੜਾ ਬਾਬੇ ਵੱਲ ਉੱਠ ਭੱਜੇ ਸਨ। ਰਿਵਾਜਾਂ ਦੀਆਂ ਤੰਗ ਕੋਠੜੀਆਂ ਵਿੱਚ ਦੁਖੇ ਹੋਏ ਫਤਵੇ, ਵਿਵਸਥਾਵਾਂ ਅਤੇ ਦੰਡਾਂ ਤੋਂ ਸਤਾਏ ਹੋਏ ਦੀਨ ਦੁਖੀ ਗੁਰਸਿੱਖੀ ਦੇ ਉੱਚੇ ਪੱਧਰੇ ਮੈਦਾਨਾਂ ਵਿੱਚ ਆ ਕੇ ਸੁਖ ਦਾ ਸਾਹ ਲੈਣ ਲੱਗ ਪਏ। ਇੱਥੇ ਵਿਵੇਕ ਬੁੱਧੀ ਦੀ ਤੜਕੇ ਦੀ ਸਮੀਰ ਹਿਰਦਿਆਂ ਨੂੰ ਸ਼ਾਂਤ ਕਰਦੀ ਚੱਲ ਰਹੀ ਸੀ ਤੇ ਗੁਰਬਾਣੀ ਦੇ ਅੰਮ੍ਰਿਤ ਚਸ਼ਮੇ ਫੁੱਟ ਕੇ ਵਹਿ ਰਹੇ ਸਨ। ਜਿੱਥੇ ਕਰਨੀ ਦੇ ਮੂਹਰੇ ਸੂਰੇ ਦੇ ਬਚਨਾਂ ਦੇ ਬਲੀ ਸ਼ਹੀਦ ਭਾਰੀ ਚਨਾਰਾਂ ਵਾਂਗ ਆਪਣੀਆਂ ਠੰਡੀਆਂ ਛਾਇਆ ਦੇ ਰਹੇ ਸਨ। ਸਿੱਖੀ ਵਿੱਚ ਪ੍ਰਵੇਸ਼ ਕੀ ਸੀ, ਬੇਗਮਪੁਰੇ ਦਾ ਸ਼ੇਰ ਹੋਣਾ ਤੇ ਅਨੰਦਪੁਰ ਦਾ ਵਾਸੀ ਬਣਨਾ। ਉਹਨਾਂ ਦੇ ਮੂੰਹੋਂ ਅਕਬਾਲ ਦੇ ਇਹ ਵਚਨ ਨਿਕਲੇ, ਉਤਾਰਾ मैंने जंजीरे रसूमे अहले जाहिद को, मिला तो लुत्फे आज़ादी मुझे तेरे सहारे में। तो सारिया धर्मां तो श्रेष्ठ धर्म और श्रेष्ठ कर्म की है कि हरि का नाम जपना ते निर्मल कर्म करने। ਇਹਦੇ ਨਾਲ ਹੀ ਸਾਡਾ ਕਰਮ ਕਾਂਡ ਤੋਂ ਛੁਟਕਾਰਾ ਹੋ ਜਾਏਗਾ। ਔਰ ਇਹ ਬਹੁਤ ਇੰਪੋਰਟੈਂਟ ਮੈਸੇਜ ਹੈ ਜੋ ਸੁਖਮਨੀ ਸਾਹਿਬ ਵਿੱਚ ਪੰਚਮ ਪਾਤਸ਼ਾਹ ਨੇ ਦਿੱਤਾ ਹੈ ਤੇ ਲੋੜ ਹੈ ਕਿ ਅਸੀਂ ਵੀ ਆਪਣੇ ਜੀਵਨ ਵਿੱਚ ਇਹਨਾਂ ਨੂੰ ਧਾਰਨ ਕਰੀਏ ਔਰ ਇਸ ਅਨੁਸਾਰ ਆਪਣਾ ਜੀਵਨ ਬਣਾਈਏ ਤੇ ਕਰਮ ਕਾਂਡ ਤੋਂ ਬਚੀਏ। ਕੰਮ ਕਰੋ ਲੋਭ ਹੰਕਾਰ ਤੋਂ ਆਪਣਾ ਪਿੱਛਾ ਛੁਡਾਈਏ ਤੇ ਸਤ ਸੰਤੋਖ ਦਇਆ ਧਰਮ ਧੀਰਜ ਨੂੰ ਆਪਣੇ ਜੀਵਨ ਦਾ ਸ਼ਿੰਗਾਰ ਬਣਾਈਏ। ਅੱਜ ਦੀ ਵਿਚਾਰ ਇੱਥੇ ਸਮਾਪਤ ਕਰਦੇ ਹਾਂ। ਵਿਚਾਰ ਕਰਦਿਆਂ ਹੋਈਆਂ ਅਨੇਕਾਂ ਭੁੱਲਾਂ ਦੀ ਆਪ ਪਾਸੋਂ ਖਿਮਾ ਮੰਗਦੇ ਹੋਏ ਫਤਿਹ ਬੁਲਾਉਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।